सर्ब जिया आपे प्रतिपाल, सर्ब जिया आपे प्रतिपाल। टूटी गांडन हार, टूटी गांडन हार। आपन किया कछु न होए, किया कछु न होए। आपन किया कछु न होए, जैसो प्राणी लोचै कोय। आपन किया कछु न होए, जैसो प्राणी लोचै कोय। जैसो प्राणी लोचै कोय। टूटी गांडन हार, टूटी गांडन हार, टूटी गांडन हार, टूटी गांडन हार। गोपाल सर्ब जिया आपे प्रतिपाल, सर्ब जिया आपे प्रतिपाल। टूटी गांडन हार, टूटी गांडन हार। तिस बिन नाही तेरे किछ काम, तिस बिन नाही तेरे किछ काम। गत नानक जप एक हर नाम, तिस बिन नाही तेरे किछ काम। तिस बिन नाही तेरे किछ काम। गत नानक जप एक हर नाम, गत नानक जप एक हर नाम। टूटी गांडन हार, टूटी गांडन हार, टूटी गांडन हार, टूटी गांडन हार। गोपाल
ਸਰਬ ਜੀਆਂ ਆਪੇ ਪ੍ਰਤਿਪਾ। ਸਰਬ ਜੀਆਂ ਆਪੇ ਪ੍ਰਤਿਪਾ। ਟੂਟੀ ਗਾਂਢਣ ਹਾਰ, ਟੂਟੀ ਗਾਂਢਣ ਹਾਰ ਗੋਪਾਲ। ਸਰਬ ਜੀਆਂ ਆਪੇ ਪ੍ਰਤਿਪਾ। ਸਰਬ ਜੀਆਂ ਆਪੇ ਪ੍ਰਤਿਪਾ। ਸਰਬ ਜੀਆਂ ਆਪੇ ਪ੍ਰਤਿਪਾਲ। ਵਿਛੜੀ ਹੋਈ ਆਤਮਾ ਮਾਤਾ ਸਰਜੀਤ ਕੌਰ ਜੀ ਦੀ ਮਿੱਠੀ ਯਾਦ ਵਿੱਚ ਸੇਵਕ ਪਰਿਵਾਰ ਵੱਲੋਂ ਗੁਰੂ ਚਰਨ ਪਰਸਦਿਆਂ ਹੋਇਆਂ ਅੱਜ ਦੇ ਵਿਸ਼ੇਸ਼ ਸਮਾਗਮ ਉਲੀਕੇ ਗਏ ਹਨ। ਗੁਰੂ ਚਰਨਾਂ ਵਿੱਚ ਇਹੀ ਅਰਦਾਸਾਂ ਬੇਨਤੀਆਂ ਕਿ ਵਾਹਿਗੁਰੂ ਕਿਰਪਾ ਕਰਨ, ਵਿਛੜੇ ਹੋਈ ਆਤਮਾ ਨੂੰ ਸੰਸਾਰ ਵਿੱਚ ਜਾਣੇ ਅਣਜਾਣੇ ਭੁੱਲਾਂ ਚੁੱਕਾਂ ਨਾ ਚਤਾਰਦੇ ਹੋਏ ਆਵਾਗੁਣ ਦੇ ਗੇੜ ਤੋਂ ਮੁਕਤ ਕਰਕੇ ਸਦੀਵ ਕਾਲ ਲਈ ਆਪਣੇ ਪਵਿੱਤਰ ਚਰਨ ਕਮਲਾਂ ਵਿਖੇ ਮੇਲ ਲੈਣ। ਆਓ ਵਿਛੜੀ ਆਤਮਾ ਦੇ ਪ੍ਰਤੀ ਬੇਨਤੀ ਰੂਪ ਸ਼ਬਦ ਕਿ ਦੇਹ ਸੱਜਣ ਅਸੀਸੜੀਆਂ ਜਿਉ ਹੋਵੈ ਸਹਿਬ ਸਿਉ ਮੇਲ ਸਰਵਣ ਕਰੀਏ। ਦੇਹੁ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਦੇਹੁ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਦੇਹੁ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਸੰਬਤ ਸਾਹਾ ਲਿਖਿਆ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਦਿਉ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਦੇਹੁ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਰਜਣਹਾਰੋ। ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਰਜਣਹਾਰੋ। ਸਿਮਰਿਓ ਸਿਰਜਣਹਾਰੋ। ਦੇਹੁ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਦੇਹੁ ਸੱਜਣ ਅਸੀਸੜੀਆਂ
ਜੋ ਹੋਵੈ ਸਾਹਿਬ ਸਿਉ ਮੇਲ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲੇ, ਸਦਾ ਸੁਖ ਹੋਏ, ਸਦਾ ਸੁਖ ਹੋਏ, ਸਦਾ ਸੁਖ ਹੋਏ, ਸਦਾ ਸੁਖ ਹੋਏ। ਦੇਹੁ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਦੇਹੁ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਨਿਤ ਨਿਤ ਜੀਅੜੇ ਸਮਾਨ ਦੇਖੇਗਾ ਦੇਵਨਹਾਰ। ਤੇਰੇ ਦਾਨ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸਮਾਰ। ਸੰਬਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੁ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਦੇਹੁ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਅਮਲ। ਨਾਨਕ ਸੇ ਦੇ ਅਮਲ। ਦੇਹੁ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਦੇਹੁ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਗੁਰੂ ਪਾਤਸ਼ਾਹ ਕਿਰਪਾ ਕਰਨ ਮਿਸ਼ਰੀ ਆਤਮਾ ਦਾ ਸਦੀਵ ਕਾਲ ਵਾਸਤੇ ਪਵਿੱਤਰ ਚਰਨਾਂ ਕਮਲਾਂ ਵਿਖੇ ਮੇਲ ਬਣ ਆਵੇ। ਪਰਿਵਾਰ ਵੱਲੋਂ ਇੱਕ ਸ਼ਬਦ ਦੀ ਹਾਜ਼ਰੀ ਨਹੀਂ ਓਕੇ। ਤੋ ਆਓ ਥੋੜ੍ਹੇ ਸਮੇਂ ਵਾਸਤੇ, ਕਿਉਂਕਿ ਅੱਜ ਜਿੱਥੇ ਪਰਿਵਾਰ ਨੇ ਮਾਤਾ ਜੀ ਦੇ ਆਤਮਕ ਕਲਿਆਣਤਾ ਵਾਸਤੇ ਗੁਰੂ ਚਰਨ ਪਰਸੇ ਨੇ, ਉੱਥੇ ਨਾਲ ਦੀ ਨਾਲ ਅੱਜ ਦਾ ਪਵਿੱਤਰ ਦਿਹਾੜਾ ਬਹੁਤ ਹੀ ਮਹੱਤਵ ਰੱਖਦਾ ਹੈ। ਮਾਘੀ ਦਾ ਦਿਹਾੜਾ ਜਿਹਨੂੰ ਕਹਿ ਸਕਦੇ ਹਾਂ, ਜਾਂ 40 ਮੁਕਤਿਆਂ ਦਾ। ਟੁੱਟੀ ਗੰਢੀ, ਪਹਿਲਾਂ ਸ਼ਬਦ ਵੀ ਆਪਨੇ ਸਰਵਣ ਕੀਤਾ ਹੈ। ਟੁੱਟੀ ਗੰਢਣਹਾਰ, ਟੂਟੀ ਗੰਢਣਹਾਰ ਗੋਪਾਲ। ਟੁੱਟੀਆਂ ਗੰਢਣ ਵਾਲੇ ਸਤਿਗੁਰੂ ਗਰੀਬ ਨਿਵਾਜ ਧੰਨ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ, ਕਿਉਂਕਿ ਸਮਰੱਥ ਗੁਰੂ ਅੰਦਰ ਹੀ ਐਸੀ ਸਮਰੱਥਾ ਹੈ ਜੋ ਔਗਣ ਚਿਤਾਰਦਾ ਨਹੀਂ। ਅਸੀਂ ਅਲਪੱਗ ਜੀਵ ਹਮੇਸ਼ਾ ਭੁੱਲਾਂ ਕਰਦੇ ਹਾਂ, ਖਿਨ ਖਿਨ ਭੁੱਲਣਹਾਰ ਹਾਂ, ਪਰ ਗੁਰੂ ਤੇ ਵਾਹਿਗੁਰੂ ਜੀਵ ਦੇ ਔਗਣ ਚਿਤਾਰਦਾ ਨਹੀਂ। ਪਰ ਕੇਵਲ ਇੰਨੀ ਗੱਲ ਹੈ ਕਿ ਅਸੀਂ ਔਗਣ ਕਰਕੇ ਉਹਦੇ ਅੱਗੇ ਸਿਲੰਡਰ ਕਰ ਦਈਏ, ਆਪਣੀਆਂ ਭੁੱਲਾਂ ਨੂੰ ਉਹਦੇ ਚਰਨਾਂ ਵਿੱਚ ਕਬੂਲ ਕਰ ਲਈਏ ਕਿ ਮਹਾਰਾਜ ਸਾਡੇ ਕੋਲ ਭੁੱਲਾਂ ਹੋਈਆਂ ਨੇ। ਐਸਾ ਹੀ ਅੱਜ ਦੇ ਇਤਿਹਾਸ ਦਾ
ਘਟਨਾਕ੍ਰਮ ਹੈ ਜਿਨ੍ਹਾਂ ਨੇ ਗੁਰੂ ਨੂੰ ਬੇਦਾਵੇ ਲਿਖੇ, ਪਛਤਾਵਾ ਹੋਇਆ ਅਤੇ ਗੁਰੂ ਤੋਂ ਕੁਰਬਾਨ ਹੋਣ ਵਾਸਤੇ ਫਿਰ ਨਿਕਲ ਤੁਰੇ ਅਤੇ ਕੁਰਬਾਨ ਹੋਏ। ਫਿਰ ਆਪਣੀ ਭੁੱਲ ਨੂੰ ਬਖਸ਼ਾਇਆ। ਲਿਖੇ ਹੋਏ ਬੇਦਾਵੇ ਦੇ ਕਾਲੇ ਅੱਖਰ ਉਹਨਾਂ ਨੇ ਪੜਵਾਏ ਅਤੇ ਗੁਰੂ ਨਾਲੋਂ ਟੁੱਟੇ ਹੋਏ ਫਿਰ ਗੁਰੂ ਨਾਲ ਜੁੜ ਗਏ। ਤਾਂ ਆਓ 5-7 ਮਿੰਟ ਵਿੱਚ ਜਿੱਥੇ ਟੂਟੀ ਗਾਨਣ ਹਾਰ ਆਪਨੇ ਸਰਵਣ ਕੀਤਾ ਹੈ, ਉੱਥੇ ਅੱਜ ਮਾਘ ਦੇ ਮਹੀਨੇ ਦੀ ਪ੍ਰਾਰੰਭਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਜੋ 12 ਮਾਹ ਉਚਾਰਨ ਕੀਤਾ ਗਿਆ ਹੈ, ਉਸ ਵਿੱਚ ਜੋ ਮਾਘ ਦੇ ਮਹੀਨੇ ਦੇ ਸੰਬੰਧ ਵਿੱਚ ਸ੍ਰੀ ਮੁਖ ਵਾਕ ਹੈ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ ਸਰਵਣ ਕਰੀਏ ਜੀ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ, ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ, ਬਿਨ ਸੈ ਲੋਭ ਸੁਆਨ, ਕਾਮ ਕ੍ਰੋਧ ਨਾ ਮੋਹੀਐ, ਬਿਨ ਸੈ ਲੋਭ ਸੁਆਨ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਮਾਘ ਮੱਜਨ ਸੰਗ ਸਾਧੂਆਂ ਸੱਚੇ ਮਾਰਗ ਚਲਦਿਆਂ, ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁਨ, ਜੀ ਦਇਆ ਪਰਵਾਨ, ਸੱਚੇ ਮਾਰਗ ਚਲਦਿਆਂ, ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁਨ, ਜੀ ਦਇਆ ਪਰਵਾਨ, ਜੀ ਦਇਆ ਪਰਵਾਨ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਵਾਹਿਗੁਰੂ।
ਜਿਸ ਨੂੰ ਦੇਵੇ ਦਇਆ ਕਰ, ਸੋਈ ਪੁਰਖ ਸੁਜਾਨ। ਜਿਸ ਨੂੰ ਦੇਵੇ ਦਇਆ ਕਰ, ਸੋਈ ਪੁਰਖ ਸੁਜਾਨ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਜਿਸ ਨੂੰ ਦੇਵੇ ਦਇਆ ਕਰ, ਸੋਈ ਪੁਰਖ ਸੁਜਾਨ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਨਾਨਕ ਤਿਨ ਕੁਰਬਾਨ। ਮਾਘ ਮੱਝਣ ਸੰਗ ਸਾਧੂਆਂ, ਮਾਘ ਮੱਝ ਸੰਗ ਸਾਧੂਆਂ। ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾਨ। ਮਾਘ ਸੁਚੇ ਸੇ ਕਾਂਡੀਆ, ਜਿਨ ਪੂਰਾ ਗੁਰ ਮਿਹਰਬਾਨ। ਮਾਘ ਸੁਚੇ ਸੇ ਕਾਂਡੀਆ, ਜਿਨ ਪੂਰਾ ਗੁਰ ਮਿਹਰਬਾਨ। ਜਿਨ ਪੂਰਾ ਗੁਰ ਮਿਹਰਬਾਨ। ਮਾਘ ਮੱਝਣ ਸੰਗ ਸਾਧੂਆਂ, ਧੂੜ ਸੰਗ ਸਾਧੂਆਂ। ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾਨ। ਮਾਘ ਮੱਝਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਮਾਘ ਮੱਝਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾਨ। ਇਤਨੀ ਹਾਜ਼ਰੀ ਪ੍ਰਮਾਨ ਕਰਨੇ ਜੀ। ਭੁੱਲ ਚੁੱਕ ਦੀ ਖਿਮਾ। ਆਓ ਸਰਵਣ ਕਰੀਏ ਲੜੀਵਾਰ ਗੁਰ ਇਤਿਹਾਸ ਦੀ ਕਥਾ ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦੀ ਹਾਂ ਭਾਈ ਬਰਿਆਮ ਸਿੰਘ ਉਹਨਾਂ ਜੀ ਦੇ, ਜਿਨ੍ਹਾਂ ਨੇ ਸਤਿਗੁਰਾਂ ਦੀ ਪਵਿੱਤਰ ਪਾਵਨ ਬਾਣੀ 12 ਮਾਹਾਂ ਦੇ ਵਿੱਚੋਂ ਮਹੀਨੇ ਦੀ ਜੋ ਉਚਾਰਨ ਹੈ ਸਾਸੰਗ ਦੇ ਸ਼ਬਦ ਰੂਪੀ ਦੇ ਗਾ ਕੇ ਸਾਂਝ ਪਾਈ ਹੈ। ਮਾਘ ਮੱਝਣ ਕਰ ਸਾਧੂਆਂ, ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਕੋ ਕਰਤਾਨ। ਆਪ ਸੁਣਨਾ, ਆਪ ਗਾਇਨ ਕਰਨਾ ਅਤੇ ਹੋਰਾਂ ਨੂੰ ਪ੍ਰੇਰਨਾ ਦੇਣੀ ਕਿ ਸਤਿਗੁਰੂ ਦਾ ਪਵਿੱਤਰ ਪਾਵਨ ਨਾਮ ਹੈ ਜੋ ਇਨਸਾਨ ਦਾ ਅਸਲੀ ਜੋ ਸਹਾਈ ਹੋਣਾ ਹੈ ਅੰਤ ਦੇ ਵਿੱਚ, ਉਹ ਸੱਚੇ ਪਾਤਸ਼ਾਹ ਦਾ ਪਵਿੱਤਰ ਪਾਵਨ ਨਾਮ ਹੀ ਹੈ। ਸੋ ਬਹੁਤ ਬਹੁਤ ਧੰਨਵਾਦੀ ਹਾਂ ਭਾਈ ਸਾਹਿਬ ਹੋਣਾ ਜੀ ਦੇ। ਸੋ ਹੁਣ ਗਿਆਨੀ ਦਵਿੰਦਰ ਸਿੰਘ ਜੀ ਹੁਣੇ ਅੱਧੇ ਘੰਟੇ ਵਾਸਤੇ ਜੋ ਇਤਿਹਾਸ ਦੀ ਕਥਾ ਚੱਲਦੀ ਹੈ ਸੰਗਤ ਦੇ ਨਾਲ ਸਾਂਝ ਪਾਉਣਗੇ ਜੀ। ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਘ ਮੱਝਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ।
ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਆਨ। ਸੱਚੈ ਮਾਰਗ ਚਲਦਿਆਂ, ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਗ ਸੁਚੇ ਸੇ ਕਾਂਡੀਆ, ਜਿਨ ਪੂਰਾ ਗੁਰ ਮਿਹਰਵਾਨ। ਮਾਗ ਸੁਚੇ ਸੇ ਕਾਂਡੀਆ, ਜਿਨ ਪੂਰਾ ਗੁਰ ਮਿਹਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸੋ ਅੱਜ ਮਾਘ ਦੀ ਸੰਗਰਾਂਦ ਦਾ ਪਾਵਨ ਦਿਨ ਹੈ। ਮਾਘੀ ਦਾ ਮਹੀਨਾ ਆਰੰਭ ਹੋਇਆ ਹੈ। ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ, ਸੁਖਮਨੀ ਸਾਹਿਬ ਦੇ ਪਾਠ ਅਤੇ ਭਾਈ ਸਾਹਿਬ ਭਾਈ ਬਰਿਆਮ ਸਿੰਘ ਦੇ ਜਥੇ ਪਾਸੋਂ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਮਹੀਨੇ ਦਾ ਜੋ ਫਲਾਦੇਸ਼ ਹੈ, ਸੋ ਉਹਦੀ ਵਿਚਾਰ ਆਪਾਂ ਨੇ ਸਰਵਣ ਕਰਨੀ ਹੈ। ਸੋ ਮਾਘੀ ਦੇ ਨਾਲ ਇੱਕ ਇਤਿਹਾਸ ਜਿਹੜਾ ਜੁੜਿਆ ਹੋਇਆ, ਜਿਹੜਾ ਆਪਾਂ ਥੋੜ੍ਹਾ ਸਰਵਣ ਵੀ ਕੀਤਾ ਹੈ ਕਿ ਜਦੋਂ ਵੱਡੀ ਜੰਗ ਹੋਈ ਆ ਅਨੰਦਪੁਰ ਸਾਹਿਬ ਦੀ, ਘੇਰਾ ਪਿਆ ਲਗਭਗ 8 ਮਹੀਨੇ ਦਾ। ਭੁੱਖ ਦੇ ਦੁੱਖ ਨੇ ਸਤਾਇਆ। ਬਾਣੀ 'ਚ ਬਚਨ ਆਉਂਦੇ ਨੇ, ਇੱਕ ਦੁੱਖ ਦੀ ਜਦੋਂ ਗੱਲ ਹੁੰਦੀ, ਇੱਕ ਵਿਛੋੜਾ ਇੱਕ ਦੁੱਖ ਭੁੱਖ। ਵਿਛੋੜੇ ਦਾ ਦੁੱਖ ਬਹੁਤ ਮਾੜਾ ਆ ਅਤੇ ਭੁੱਖ ਦਾ ਦੁੱਖ ਵੀ ਬਹੁਤ ਮਾੜਾ ਹੁੰਦਾ। ਭੁੱਖ ਦੇ ਦੁੱਖ ਨੇ ਸਤਾਇਆ ਅਤੇ ਵਿਛੋੜੇ ਦੇ ਦੁੱਖ ਨੂੰ ਸਹਿਣ ਕਰਨ ਲਈ ਤਿਆਰ ਹੋ ਗਏ। ਗੁਰੂ ਕਲਗੀਧਰ ਦੇ ਨਾਲੋਂ ਵਿਛੋੜਾ ਸੀ ਨਾ, ਫਿਰ ਵਿਛੋੜਾ ਹੋ ਗਿਆ। ਪਰ ਜਦੋਂ ਆਪਣੇ ਘਰਾਂ 'ਚ ਆਏ, ਅਹਿਸਾਸ ਹੋਇਆ ਵੀ ਜਿਹੜਾ ਵਿਛੋੜੇ ਦਾ ਦੁੱਖ ਹੈ ਤਾਂ ਭੁੱਖ ਦੇ ਦੁੱਖ ਨਾਲੋਂ ਵੀ ਜ਼ਿਆਦਾ ਵੱਡਾ ਨਹੀਂ ਸੀ ਸਹਿ ਹੁੰਦਾ। ਅਤੇ ਮਾਤਾ ਭਾਗੋ ਜੀ, ਮਾਤਾ ਭਾਗ ਕੌਰ ਨਾਂ ਦੇ ਤਾਂ ਆਪਾਂ ਸਾਰੇ ਜਾਣੇ ਮਾਤਾ ਭਾਗੋ ਜੀ ਕਹਿੰਦੇ ਹਾਂ। ਉਹਨਾਂ ਨੇ ਮਰਦਾਵੇਂ ਭੇਸ ਵਿੱਚ ਬੀਬੀਆਂ ਦਾ ਜਥਾ ਇੱਕ ਨਾਲ ਤਿਆਰ ਕੀਤਾ। ਉਹਨਾਂ ਦਿਨਾਂ ਦੇ ਵਿੱਚ ਬੱਚਾ, ਬਜ਼ੁਰਗ, ਬੁੱਢਾ ਸਾਰਿਆਂ ਨੂੰ ਸ਼ਸਤਰ ਚਲਾਉਣੇ ਆਉਂਦੇ ਹੁੰਦੇ ਸੀ। ਮਾਈਆਂ, ਬੀਬੀਆਂ, ਘੋੜ ਸਵਾਰੀ ਕਰਨੀ, ਸ਼ਸਤਰ ਚਲਾਉਣੇ, ਸਭਨਾਂ ਨੂੰ ਸ਼ਸਤਰ ਚਲਾਉਣੇ ਆਉਂਦੇ ਹੁੰਦੇ ਸੀ। ਘੋੜ ਸਵਾਰੀ ਹਰ ਇੱਕ ਨੂੰ ਆਉਂਦੀ ਹੁੰਦੀ ਸੀ। ਬੀਬੀਆਂ ਦਾ ਜਥਾ ਗਿਆ। ਪਤਾ ਲੱਗਿਆ ਵੀ ਗੁਰੂ ਸਾਹਿਬ ਜੀ ਦੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਫਿਰ ਚਮਕੌਰ ਦੇ ਵਿੱਚ ਸਾਹਿਬਜ਼ਾਦੇ ਸ਼ਹੀਦ ਹੋ ਗਏ, 40 ਸਿੰਘ ਸ਼ਹੀਦ ਹੋ ਗਏ ਅਤੇ ਛੋਟੇ ਸਾਹਿਬਜ਼ਾਦੇ ਸਰਹੰਦ ਵਿੱਚ ਸ਼ਹੀਦ ਹੋ ਗਏ। ਸੋ ਇਹਨਾਂ ਖਬਰਾਂ ਨੇ ਹਲੂਣ ਕੇ ਰੱਖ ਦਿੱਤਾ। ਹੁਣ ਜਿਹੜੇ 40 ਸਿੰਘ ਭਾਈ ਮਹਾਂ ਸਿੰਘ ਹੋਣਾ ਦੇ ਨਾਲ ਸੀ, ਉਹਨਾਂ ਦੀ ਅਗਵਾਈ ਦੇ ਵਿੱਚ, ਅਤੇ ਉਹਨਾਂ ਦੇ ਮਨਾਂ ਦੇ ਵਿੱਚ ਬੜਾ ਭਾਰੀ ਹੁਣ ਉਤਸ਼ਾਹ ਪੈਦਾ ਹੁੰਦਾ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਵੀ ਭੁੱਲ ਬਖਸ਼ਾਈਏ ਅਤੇ ਸੇਵਾ ਵਿੱਚ ਆਪਣਾ ਤਨ ਲਿਖੇ ਲਾ ਦਈਏ। ਪਰ ਇੱਧਰੋਂ ਕੁਝ ਪਿੰਡਾਂ ਦੀਆਂ ਪੰਚਾਇਤਾਂ, ਇਹਨਾਂ ਦਾ ਇਹ ਨਿਰਣਾ ਸੀਗਾ ਵੀ ਕਿਤੇ ਕਿਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਜੰਗ ਯੁੱਧ ਛੱਡ ਦੇਣ, ਅਸੀਂ ਗੱਲਬਾਤ ਚਲਾਉਣੀ ਇਹਨਾਂ ਦੀ ਦਿੱਲੀ ਸਰਕਾਰ ਦੇ ਨਾਲ, ਅਤੇ ਅਨੰਦਪੁਰ ਦੇ ਵਿੱਚ ਰਹਿਣ ਜਾਂ ਇੱਥੇ ਅੰਮ੍ਰਿਤਸਰ ਸਾਹਿਬ ਆ ਜਾਣ। ਅਤੇ ਜੰਗਾਂ ਯੁੱਧਾਂ ਦੇ ਵਿੱਚ ਨੁਕਸਾਨ ਬਹੁਤ ਹੈ ਅਤੇ ਆਪਾਂ ਸਮਝਾ ਕੇ ਵੇਖ ਲੈਂਦੇ ਹਾਂ। ਕੁਛ ਇਸ ਭਾਵਨਾ ਦੇ ਨਾਲ ਆਏ। ਜਦੋਂ ਉਹਨਾਂ ਦਿਨਾਂ 'ਚ ਮਹਾਰਾਜ ਸੱਚੇ ਪਾਤਸ਼ਾਹ ਦੀਨੇ ਕਾਂਗੜ ਤੋਂ ਹੁੰਦੇ ਹੋ ਅਤੇ ਜ਼ਫਰਨਾਮਾ ਲਿਖਿਆ ਸੀ। ਬਾਈ ਦੇਸਾਂ ਦੇ ਘਰ ਵਿੱਚ ਬਹਿ ਕੇ ਮਹਾਰਾਜ ਨੇ, ਜਿਸ ਜ਼ਫਰਨਾਮੇ ਨੂੰ ਫਤਿਹ ਦੀ ਚਿੱਠੀ ਕਿਹਾ ਜਾਂਦਾ, ਸੋ ਜ਼ਫਰਨਾਮਾ ਲਿਖਿਆ। ਉਸ ਜ਼ਫਰਨਾਮੇ ਦੇ ਨਾਲ ਹੀ ਔਰੰਗਜ਼ੇਬ ਦੀ ਮੌਤ ਹੁੰਦੀ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ, ਕਪੂਰਾ ਸੱਚੇ ਪਾਤਸ਼ਾਹ ਦੇ ਨਾਲ
ਤੇ ਕਪੂਰੇ ਨੂੰ ਕਿਹਾ ਸੀ, ਮਹਾਰਾਜ ਕਹਿੰਦੇ ਤੂੰ ਆਪਣਾ ਕਿਲਾ ਦੇ, ਉਹਦੇ ਸੂਬੇਦਾਰ ਸਰਹੰਦ ਦੀ ਫੌਜ ਸਾਡੇ ਪਿੱਛੇ ਲੱਗੀ ਸੀ, ਉਹਨਾਂ ਯੁੱਧ ਕਰਨਾ ਚਾਹੁੰਦੇ, ਇਹਨੇ ਕਿਲਾ ਨਾ ਦਿੱਤਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਪੂਰਿਆ ਤੂੰ ਤੁਰਕਾਂ ਦਾ ਇੱਕ ਤੂਰਾ ਰਹਿਣਾ ਤੇ ਇਹਨਾਂ ਤੁਰਕਾਂ ਨੇ ਤੈਨੂੰ ਮਾਰਨਾ, ਫਾਹੀ ਲਾ ਕੇ ਮਾਰਨਾ। ਸੋ ਕਪੂਰੇ ਦਾ ਅੰਤ ਵੀ ਇੱਦਾਂ ਹੋਇਆ ਸੀ, ਫਾਹੀ ਲਾ ਕੇ ਉਹਨੂੰ ਮਾਰਿਆ ਸੀਗਾ, ਪਰ ਅੰਦਰੋਂ ਮਹਾਰਾਜ ਦੇ ਨਾਲ ਇਹ ਸ਼ਰਧਾ ਰੱਖਦਾ ਸੀ ਕਪੂਰਾ। ਤੇ ਸੱਚੇ ਪਾਤਸ਼ਾਹ ਜੀ ਨੂੰ ਇਸ ਨੇ ਇਹ ਖਿਦਰਾਣੇ ਦੀ ਢਾਬ ਜਗ੍ਹਾ ਦੱਸੀ ਸੀ ਵੀ ਇਹ ਨਾ ਢਾਬ ਇੱਥੇ ਪਾਣੀ ਆ, ਬਾਕੀ ਆਲੇ ਦੁਆਲੇ 30-30 ਮੀਲ ਤੱਕ ਪਾਣੀ ਨਹੀਂ ਆ। ਕਹਿੰਦਾ ਢਾਬ ਦਾ ਅਰਥ ਇੱਥੇ ਪਾਣੀ, ਮੀਂਹ ਦਾ ਪਾਣੀ, ਸੋ ਮੀਂਹ ਪੈਂਦਾ, ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਸੀ। ਉਹ ਜਗ੍ਹਾ ਇੱਦਾਂ ਦੀ ਸੀ, ਪਾਣੀ ਉਹਦਾ ਵਧੀਆ ਸੀ, ਸੋਹਣਾ ਸੀ ਪਾਣੀ। ਤੇ ਸੱਚੇ ਪਾਤਸ਼ਾਹ ਜੀ ਖਿਦਰਾਣੇ ਦੀ ਢਾਬ ਵੱਲ ਨੂੰ ਜਾ ਰਹੇ ਨੇ। ਉੱਧਰੋਂ ਜਿਹੜੇ ਸੂਬੇ ਦੀ ਫੌਜ ਹੈ, ਇਹਨੂੰ ਵੀ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਜੀ ਇੱਧਰ ਨੂੰ ਜਾ ਰਹੇ ਨੇ, ਤੇ ਇਹ ਵੀ 10,000 ਤੋਂ ਜ਼ਿਆਦਾ ਇਹਦੀ ਕੋਈ ਫੌਜ ਸੀ, ਪਿੱਛਾ ਕਰਦਾ ਇਹ ਵੀ ਆ ਰਿਹਾ। ਜਦੋਂ ਮਹਾਰਾਜ ਰਮਿਆਣੇ ਪਹੁੰਚੇ ਹੈ ਤੇ ਇੱਥੇ ਮੇਲ ਹੁੰਦਾ। ਹੁਣ ਜਿਹੜੇ ਮਾਝੇ ਤੋਂ ਸਿੰਘ ਆਏ ਸੀ, ਉਹ ਬੀਬੀਆਂ ਦਾ ਜਥਾ ਵੀ, ਪੰਚਾਇਤਾਂ ਵੀ ਆਈਆਂ ਹੋਈਆਂ ਸੀਗੀਆਂ। ਮਹਾਰਾਜ ਨੂੰ ਬੇਨਤੀ ਕੀਤੀ ਪਈ ਸੀ, ਤੁਹਾਨੂੰ ਬੇਨਤੀ ਕਰਨੀ ਹੈ ਜੇ ਸਾਡੀ ਗੱਲ ਤੁਸੀਂ ਇੱਥੇ ਖੜੇ ਕੋਈ ਸੁਣ ਲਓ। ਤੇ ਮਹਾਰਾਜ ਨੇ ਉੱਥੇ ਦੀਵਾਨ ਲਾ ਲਿਆ ਰਮਿਆਣੇ ਤੇ ਜਿਹੜੀ ਮੁਕਤਸਰ ਦੀ ਢਾਬ ਹੈ, ਸੋ ਖਿਦਰਾਣੇ ਦੀ ਢਾਬ, ਹੁਣ ਉਹਨੂੰ ਮੁਕਤਸਰ ਕਹਿੰਦੇ ਆ, ਪਹਿਲਾਂ ਖਿਦਰਾਣੇ ਦੀ ਢਾਬ ਕਹਿੰਦੇ ਹੁੰਦੇ ਸੀ। ਉਹਦੇ ਵਿਚਕਾਰ ਸੱਚੇ ਪਾਤਸ਼ਾਹ ਜੀ ਨੇ ਫਿਰ ਡੇਰਾ ਲਾ ਲਿਆ। ਮਹਾਰਾਜ ਕਹਿੰਦੇ ਦੱਸੋ ਵੀ ਕੀ ਗੱਲ ਹੈ। ਕਹਿੰਦੇ ਜੀ ਤੁਸੀਂ ਆਹ ਜੰਗਾਂ ਯੁੱਧਾਂ ਦਾ ਕੰਮ ਛੱਡ ਦਿਓ ਤੇ ਅਸੀਂ ਤੁਹਾਡੀ ਦਿੱਲੀ ਸਰਕਾਰ ਦੇ ਨਾਲ ਤੇ ਪੰਜਾਬ ਸਰਕਾਰ ਦੇ ਨਾਲ, ਸੂਬਾ ਸਰਹੰਦ ਦੇ ਨਾਲ, ਲਾਹੌਰ ਸਰਕਾਰ ਦੇ ਨਾਲ ਸੁਲ੍ਹਾ ਕਰਾ ਦਿੰਦੇ ਹਾਂ। ਤੇ ਸੱਚੇ ਪਾਤਸ਼ਾਹ ਜੀ ਉਸੇ ਵੇਲੇ ਵੀਰ ਰਸ ਵਿੱਚ ਆਏ। ਕਹਿੰਦੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ ਉਦੋਂ ਤੁਸੀਂ ਕਿੱਥੇ ਸੀਗੇ ਪਾਤਸ਼ਾਹ? ਕਹਿੰਦੇ ਜਦੋਂ 9ਵੇਂ ਪਾਤਸ਼ਾਹ ਜੀ ਨੂੰ ਪਕੜਿਆ, ਉਹਨਾਂ ਨੂੰ ਸ਼ਹੀਦ ਕੀਤਾ, ਮਤੀ ਦਾਸ, ਸਤੀ ਦਾਸ, ਉਹਨਾਂ ਦੀਆਂ ਸ਼ਹਾਦਤਾਂ ਹੋਈਆਂ, ਉਦੋਂ ਤੁਸੀਂ ਕਹਿੰਦੇ ਕਿੱਥੇ ਸੀਗੇ? ਜਦੋਂ ਅਨੰਦਪੁਰ ਸਾਹਿਬ ਨੂੰ 8 ਮਹੀਨੇ ਘੇਰਾ ਪਿਆ ਰਿਹਾ, ਸਰਸਾ ਤੇ ਯੁੱਧ ਹੋਇਆ, ਚਮਕੌਰ ਨੂੰ ਘੇਰਾ ਪਿਆ, ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ, ਕਹਿੰਦੇ ਉਦੋਂ ਤੁਸੀਂ ਕਿੱਥੇ ਸੀ? ਕਹਿੰਦੇ ਹੁਣ ਗੱਲ ਬਹੁਤ ਨਿਕਲ ਚੁੱਕੀ ਪਾਤਸ਼ਾਹ। ਪਾਤਸ਼ਾਹ ਕਹਿੰਦੇ ਵੀ ਨਾਲੇ ਤੁਸੀਂ ਜੇ ਸਿੱਖ ਹੋ ਫਿਰ ਤਾਂ ਤੁਹਾਨੂੰ ਸਲਾਹ ਦੇਣੀ ਨਹੀਂ ਚਾਹੀਦੀ। ਸਿੱਖ ਦਾ ਕੰਮ ਹੁੰਦਾ ਗੁਰੂ ਦੀ ਗੱਲ ਨੂੰ ਮੰਨਣਾ, ਨਾ ਕਿ ਸਿੱਖ ਨੇ ਸਲਾਹ ਦੇਣੀ ਹੁੰਦੀ ਆ। ਕਹਿੰਦੇ ਮਹਾਰਾਜ ਫਿਰ ਸਾਡੇ ਕੋਲ ਸਿੱਖੀ ਨਹੀਂ ਨਿਭਦੀ। ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਸੱਦਿਆ ਨਹੀਂ ਸੀ, ਜਾਓ। ਕਹਿੰਦੇ ਮਹਾਰਾਜ ਉੱਠ ਕੇ ਤੁਰ ਪਏ ਤੇ ਭਾਈ ਮਹਾਂ ਸੋਹਣੀ ਕਹਿੰਦੇ ਵੀ ਅਸੀਂ ਤਾਂ ਮਹਾਰਾਜ ਕੋ ਭੁੱਲਾਂ ਬਖਸ਼ਾਉਣ ਆਏ ਆ, ਵੀ ਇਹ ਕੀ ਬਣ ਗਿਆ? ਤੇ ਇਹ ਕੁਝ ਫਿਰ ਜਿਹੜੇ ਪੰਚਾਇਤਾਂ ਦੇ ਲੋਕ ਮੁੜੇ ਨੇ ਪਿੱਛੇ, ਤੇ ਭਾਈ ਮਹਾਂ ਸਿੰਘ ਹੋਣਾ ਨੇ, ਮਾਤਾ ਭਾਗੋ ਜੀ ਨੇ, ਤੇ ਨਾਲ ਇਹਨਾਂ ਦੇ 40 ਸਿੰਘ ਸੀ। ਇਹਨਾਂ ਨੇ ਫੈਸਲਾ ਲੈ ਲਿਆ ਵੀ ਉੱਧਰੋਂ ਤਾਂ ਸੂਬਾ ਸਰਹੰਦ ਫੌਜ ਲੈ ਕੇ ਆ ਰਿਹਾ, ਪਹਿਲੋਂ ਅਸੀਂ ਗਲਤੀ ਕਰ ਲਈ ਅਨੰਦਪੁਰ ਸਾਹਿਬ ਦੇ ਵਿੱਚ, ਗੁਰੂ ਸਾਹਿਬ ਜੀ ਨੂੰ ਉੱਥੇ ਛੱਡ ਕੇ ਅਸੀਂ ਆ ਗਏ। ਵਿਛੋੜੇ ਦਾ ਦੁੱਖ ਹੁਣ ਤੱਕ ਅਸੀਂ ਸਹਿ ਰਹੇ ਹਾਂ, ਸਾਡੇ ਕੋਲ ਸਹਿ ਨਹੀਂ ਜਾਂਦਾ, ਤੇ ਹੁਣ ਨਹੀਂ ਅਸੀਂ ਕਹਿੰਦੇ ਅੱਡ ਹੋਣਾ। ਭਾਈ ਮਹਾਂ ਸਿੰਘ ਹੋਣੀ ਕਹਿੰਦੇ। ਸੋ ਭਾਈ ਮਹਾਂ ਸਿੰਘ ਹੋਣਾ ਨੇ, ਮਾਤਾ ਭਾਗ ਕੌਰ ਜੀ ਨੇ, ਇਹਨਾਂ ਨੇ ਫਿਰ ਜਿੱਦਾਂ ਰਮਿਆਣੇ ਤੇ ਖਿਦਰਾਣੇ ਦੀ ਢਾਬ ਦੇ ਵਿਚਕਾਰ ਝਾੜੀਆਂ ਜਿਹੀਆਂ, ਝਿੜੀਆਂ ਜਿਹੀਆਂ ਸੀਗੀਆਂ ਨਾ, ਬੜਾ ਫੌਜੀ ਪੱਖੋਂ ਉਹ ਜਗ੍ਹਾ ਬੜੀ ਵਧੀਆ ਸੀ, ਮੋਰਚੇ ਉੱਥੇ ਲੱਗ ਸਕਦੇ ਸੀ। ਇਹਨਾਂ ਨੇ ਫਿਰ ਮੋਰਚੇ ਉੱਥੇ ਮੱਲੇ ਆ ਜੀ, ਮੋਰਚੇ ਮੱਲ ਲਏ। ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਰਣਨੀਤੀ ਤਾਂ ਸਿੰਘਾਂ 'ਚ ਪੂਰੀ ਸੀਗੀ ਜੀ। ਮਹਾਰਾਜ ਨੇ ਐਸੇ ਚੰਡੇ ਹੋਏ ਸੀ ਜਿੱਥੇ ਰੋਜ਼ ਜੰਗੀ ਅਭਿਆਸ ਹੋਣਾ। ਮਹਾਰਾਜ ਦੇ ਜਿਹੜੇ ਸਿੰਘ ਹੁੰਦੇ ਸੀ ਹਰੇਕ ਪ੍ਰਕਾਰ ਦਾ ਸ਼ਸਤਰ ਚਲਾ ਲੈਂਦੇ ਸੀ। ਉਹਨਾਂ ਦਿਨਾਂ 'ਚ ਬੰਦੂਕਾਂ, ਤੋਪਾਂ, ਇਹ ਸ਼ਸਤਰ ਮੁੱਖ ਹੁੰਦੇ ਸੀ, ਤੇ ਹਰ ਇੱਕ ਸਿੰਘ ਤਾਂ ਤੋਪ ਚਲਾ ਲੈਂਦਾ ਸੀ। ਸੋ ਹਰ ਇੱਕ ਤਰ੍ਹਾਂ ਦੇ ਸ਼ਸਤਰ ਚਲਾ ਲੈਂਦੇ ਸੀਗੇ ਤਾਂ ਮਹਾਰਾਜ ਦੀ ਫੌਜ 'ਚ ਹੀ ਗਏ ਹੋਏ ਨਾ, ਪੂਰੀ ਤਰ੍ਹਾਂ ਟ੍ਰੇਨਡ ਸੀਗੇ। ਉਹਨਾਂ ਨੇ ਕੀਤਾ, ਉਹ ਝਾੜੀਆਂ ਦੇ ਉੱਤੇ ਬੜੇ ਬੜੇ ਚਾਦਰੇ ਪਾਤੇ ਵੀ ਇਹਨਾਂ ਨੂੰ ਇਹ ਲੱਗੇ ਵੀ ਇਹੋ ਹੀ ਛਾਉਣੀ ਆ, ਤੇ ਖਿਦਰਾਣੇ ਦੀ ਢਾਬ 'ਤੇ ਕਰਨੀ ਪਹੁੰਚਣ ਦੇਣਾ। ਉੱਥੇ ਮਹਾਰਾਜ ਦੇ ਆਪਣਾ ਕਬਜ਼ਾ ਕਰ ਲਿਆ ਸੀ ਜਾ ਕੇ। ਵੀ ਕਿੱਡੀ ਵੱਡੀ ਗੱਲ, 40 ਸਿੰਘਾਂ ਨੇ 10,000 ਫੌਜ ਦਾ ਰਾਸਤਾ ਰੋਕ ਲਿਆ ਸੀਗਾ ਜੀ, ਵੀ ਅਸੀਂ ਉੱਥੇ ਨਹੀਂ, ਗੁਰੂ ਸਾਹਿਬ ਜੀ ਦੇ ਕੋਲ ਨਹੀਂ ਪਹੁੰਚਣ ਦੇਣਾ। ਜਦੋਂ ਇਹਨਾਂ ਸਿੰਘਾਂ ਦੀ ਮਾਰ ਥੱਲੇ ਆਉਂਦੇ ਹੈ ਨਾ, ਫਿਰ ਉਸ ਵਕਤ ਪਹਿਲਾਂ ਬੰਦੂਕਾਂ ਦੀ ਵਰਖਾ ਕੀਤੀ, ਗੋਲੀਆਂ ਚਲਾਈਆਂ, ਗੋਲੀਆਂ ਖਤਮ ਹੋਈਆਂ, ਤੀਰਾਂ ਦੀ ਵਰਖਾ ਕੀਤੀ। ਤੀਰ ਵੀ ਕਿੰਨੇ ਕੁ ਸੀਗੇ, ਜੇ ਹੁਣ ਸਿੰਘ 40 ਸੀਗੇ, ਕਿੰਨੀਆਂ ਕੁ ਗੋਲੀਆਂ ਤੇ ਕਿੰਨੇ ਕੁ ਤੀਰ ਹੋਣਗੇ ਵੀ। ਇਹ ਅਸਲਾ ਖਤਮ ਹੋਇਆ, ਫਿਰ ਹੁਣ ਤੇਗਾਂ ਹੀ ਰਹਿ ਗਈਆਂ ਸੀ ਸਿੰਘਾਂ ਕੋਲ ਤਾਂ। ਫਿਰ ਜੋ ਚਮਕੌਰ ਸਾਹਿਬ ਦੇ ਵਿੱਚ ਹੋਇਆ ਸੀ ਤੇ ਉਹੀ ਇੱਥੇ ਮੁਕਤਸਰ ਦੇ ਸਾਹਿਬ ਦੇ ਵਿੱਚ ਹੋਇਆ। 5 ਸਿੰਘਾਂ ਦਾ ਜਥਾ ਬਾਹਰ ਨਿਕਲਦਾ ਸੀ ਝਾੜੀਆਂ 'ਚੋਂ, ਜਕਾਰੇ ਲਾਉਂਦਾ ਸੀਗਾ, ਜਕਾਰੇ ਲਾ ਕੇ ਜੂਝ ਕੇ ਦੁਸ਼ਮਣਾਂ ਦੇ ਵਿੱਚ ਅੰਦਰ ਘੁੱਸ ਕੇ ਤੇ ਲੜ ਕੇ ਸ਼ਹੀਦ ਹੋ ਰਹੇ ਸਨ। 5 ਦੇ ਸਿੰਘ ਆਈ ਗਏ, ਸ਼ਹੀਦ ਹੁੰਦੇ ਗਏ। ਪੂਰਾ ਦਿਨ
ਤਕਰੀਬਨ ਉਹਨਾਂ ਨੂੰ ਦੁਪਹਿਰ ਤੋਂ ਜ਼ਿਆਦਾ ਸਮਾਂ ਹੋ ਗਿਆ, ਰੋਕ ਕੇ ਰੱਖਿਆ ਸਿੰਘਾਂ ਨੇ। ਅਤੇ ਇੱਧਰੋਂ ਹੁਣ ਸ਼ਹੀਦ ਤਾਂ ਸਾਰੇ ਹੀ ਹੋ ਗਏ ਜਿੰਨੇ ਸੀਗੇ, ਉੱਧਰੋਂ ਫੌਜਾਂ ਨੂੰ ਪਿਆਸ ਲੱਗੀ ਅਤੇ ਸੂਬਾ ਪੁੱਛਦਾ ਕਪੂਰੇ ਨੂੰ ਵੀ ਪਾਣੀ ਕਿੱਥੇ ਹੋਵੇਗਾ। ਇੱਥੇ ਕਪੂਰਾ ਵਫਾਦਾਰੀ ਬਹੁਤ ਕਰ ਗਿਆ। ਉਹ ਕਹਿੰਦਾ ਜੀ ਜੇ ਤਾਂ ਅੱਗੇ ਜਾਓਗੇ ਤੇ 30 ਮੀਲ 'ਤੇ ਪਾਣੀ ਆ। ਉਦੋਂ ਕੋਹ ਕਹਿੰਦੇ ਹੁੰਦੇ 30 ਕੋਹ 'ਤੇ ਪਾਣੀ ਹੈ, ਜੇ ਤੁਸੀਂ ਪਿੱਛੇ ਨੂੰ ਜਾਓਗੇ ਤਾਂ 10 ਕੋਹ 'ਤੇ ਪਾਣੀ ਆ ਕਹਿੰਦਾ। ਅਤੇ ਹਾਲਾਂਕਿ ਉਹ ਢਾਬ ਤਾਂ ਨੇੜੇ ਹੀ ਸੀਗੇ, 5 ਕੋਹ ਵੀ ਨਹੀਂ ਸੀ ਰਹਿ ਗਿਆ ਸਫ਼ਰ ਤਾਂ। ਉਹ ਕਹਿੰਦੇ ਅਸੀਂ ਪਿੱਛੇ ਨੂੰ ਜਾਂਦੇ ਸੀ, ਜ਼ਰੂਰੀ ਅੱਗੇ ਨੂੰ ਜਾਣਾ। ਉੱਥੋਂ ਫਿਰ ਉਹ ਪਿੱਛੇ ਮੁੜ ਗਏ ਅਤੇ ਜਿੱਤ ਗੁਰੂ ਸਾਹਿਬ ਜੀ ਹੁੰਦੀ ਭੇਈ ਜੀ ਅਤੇ ਮੇਰੀ ਕਿਰਪਾ ਕਾਲ ਕੇਰੀ। ਮਹਾਰਾਜ ਫਿਰ ਢਾਬ ਤੋਂ ਥੱਲੇ ਆ ਗਏ। ਜਦੋਂ ਥੱਲੇ ਆਉਂਦੇ ਆ ਸੱਚੇ ਪਾਤਸ਼ਾਹ ਜੀ ਫਿਰ ਦੇਖਦੇ ਸਿੰਘ ਕਿੱਦਾਂ ਜੂਝ ਕੇ ਸ਼ਹੀਦ ਹੋਏ। ਜਿੱਦਾਂ ਜਿੱਦਾਂ ਸਿੰਘ ਸ਼ਹੀਦ ਹੁੰਦੇ ਸੀ ਨਾ, ਜੇ ਕੋਈ 5 ਕਦਮ ਅੱਗੇ ਵੱਧ ਕੇ ਸ਼ਹੀਦ ਹੋਇਆ ਉਹਨੂੰ ਮਹਾਰਾਜ ਨੇ ਵਰ ਲਾਇਆ, ਕਹਿੰਦੇ ਮੇਰਾ 5000 ਹੀ ਹੈ। ਜੇ 10 ਕਦਮ ਅੱਗੇ ਜਾ ਕੇ ਸ਼ਹੀਦ ਹੋਇਆ ਉਹਨੂੰ ਵਰ ਲਾਤਾ, ਕਹਿੰਦੇ ਮੇਰਾ 10,000 ਹੀ ਹੈ। ਇੱਦਾਂ ਮਹਾਰਾਜ ਨੇ ਵਰ ਲਾਏ। ਅਤੇ ਜਦੋਂ ਭਾਈ ਮਹਾਂ ਸਿੰਘ ਜੀ ਦੇ ਕੋਲ ਆਏ ਅਤੇ ਉਹ ਥੋੜ੍ਹਾ ਸਹਿਕਦੇ ਸੀਗੇ। ਮਹਾਂ ਸਿੰਘ ਜੀ ਦਾ ਸੀਸ ਮਹਾਰਾਜ ਜੀ ਨੇ ਗੋਦੀ 'ਚ ਰੱਖਿਆ ਅਤੇ ਉਸ ਵਕਤ ਜਦੋਂ ਉਹਦੇ 'ਤੇ ਜਲ ਦਾ ਛਿੱਟਾ ਦਿੱਤਾ ਉਹਦੀ ਸੁਰਤੀ ਵਾਪਸ ਆਈ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਮਹਾਂ ਸਿੰਘ ਦੱਸ ਕੀ ਲੈਣਾ ਤੈਂ, ਉਮਰ ਲੰਬੀ ਕਰ ਦਈ, ਕਿਸੇ ਇੱਥੋਂ ਦਾ ਰਾਜ ਲੈਣਾ, ਸੁਰਗ ਦਾ ਰਾਜ ਲੈਣਾ, ਜੋ ਤੂੰ ਕਹੇ ਤੈਨੂੰ ਦੇਵਾਂਗੇ। ਅਤੇ ਭਾਈ ਮਹਾਂ ਸਿੰਘ ਨੇ ਵੇਖਿਆ ਵੀ ਮੈਨੂੰ ਗੁਰੂ ਕਲਗੀਧਰ ਮਹਾਰਾਜ ਜੀ ਦੀ ਗੋਦ ਨਸੀਬ ਹੋਈ ਹੈ। ਹੁਣ ਜਦੋਂ ਚਮਕੌਰ ਸਾਹਿਬ ਤੋਂ ਮਹਾਰਾਜ ਨਿਕਲੇ ਸੀਗੇ, ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਕਹਿੰਦੇ ਮਹਾਰਾਜ ਜੀ ਮੈਨੂੰ ਆਹ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਲਾਸ਼ ਲੱਗਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਫਨ ਤਾਂ ਪਾ ਦਈਏ। ਮਹਾਰਾਜ ਕਹਿੰਦੇ ਜਿੰਨੇ ਸਿੰਘ ਸ਼ਹੀਦ ਹੋਇਆ ਜੇ ਸਾਰਿਆਂ ਵਾਸਤੇ ਕਫਨ ਹੈਗਾ ਤਾਂ ਅਜੀਤ ਸਿੰਘ 'ਤੇ ਪਾਈ। ਕਹਿੰਦੇ ਮੇਰੇ ਸਾਰੇ ਅਜੀਤ 'ਤੇ ਜੁਝਾਰ ਹੈ। ਸੋ ਆਪਣੇ ਪੁੱਤਰ ਦੇ ਸਰੀਰ ਦੇ ਕੋਲ ਵੀ ਨਹੀਂ ਸੀ ਖੜੇ ਹੋਏ ਸੱਚੇ ਪਾਤਸ਼ਾਹ ਜੀ। ਅਤੇ ਭਾਈ ਮਹਾਂ ਸਿੰਘ ਦਾ ਕੀ ਸੰਬੰਧ ਹੋਵੇਗਾ, ਕਿੰਨਾ ਪਿਆਰ ਹੋਵੇਗਾ। ਅਤੇ ਉਹਦੇ ਸੀਸ ਨੂੰ ਗੋਦੀ ਵਿੱਚ ਲੈ ਕੇ ਮਹਾਰਾਜ ਬੈਠੇ ਹੋਏ ਸੀਗੇ। ਅਤੇ ਕਹਿੰਦਾ ਮਹਾਰਾਜ ਕੁਝ ਨਹੀਂ ਚਾਹੀਦਾ, ਬਸ ਜਿਹੜਾ ਵਿਦਾਵਾ ਲਿਖਿਆ ਕਿਰਪਾ ਕਰਕੇ ਉਹਨੂੰ ਪਾੜ ਦਿਓ। ਮਹਾਰਾਜ ਕਹਿੰਦੇ ਲੈ, ਉਸ ਵੇਲੇ ਕਮਰ ਕੱਸੇ 'ਚ ਕਹਿੰਦੇ ਵਿਦਾਵਾ ਮਹਾਰਾਜ ਨੇ ਲਿਆ, ਪਾੜਿਆ। ਜਿਹੜੇ ਬਚਨ ਪੰਜਵੇਂ ਪਾਤਸ਼ਾਹ ਪੰਜਵੇਂ ਸਰੂਪ ਦੇ ਵਿੱਚ ਕੀਤੇ ਸੀ, ਟੂਟੀ ਗੰਢ ਨਹਾਰ ਗੋਪਾਲ, ਜੋਤ ਤਾਂ ਉਹੀ ਹੈ ਨਾ, ਸਰਬ ਜੀਆਂ ਆਪੇ ਪ੍ਰਤਪਾਲ। ਅਸਲ ਪ੍ਰਤਪਾਲਣਾ ਹੈ ਵੀ ਗੁਰੂ ਦੇ ਨਾਲ ਗੰਢ ਬਣ ਜਾਣੀ। ਜੇ ਗੁਰੂ ਦੇ ਨਾਲ ਟੁੱਟੀ ਰਹੇ ਇਹ ਤਾਂ ਮੌਤ ਹੈ, ਇਹ ਤਾਂ ਬਹੁਤ ਵੱਡਾ ਦੁੱਖ ਹੈ। ਜੇ ਗੁਰੂ ਦੇ ਨਾਲ ਟੁੱਟੀ ਰਹੇ ਤਾਂ ਅਸਲ ਪ੍ਰਤਪਾਲਣਾ ਹੁੰਦੀ ਵੀ ਗੁਰੂ ਦੇ ਨਾਲ ਬਣੀ ਰਹੇ। ਅਤੇ ਸਮਾਂ ਜਿੱਦਾਂ ਦਾ ਮਰਜ਼ੀ ਹੋਵੇ, ਜਿੱਦਾਂ ਦਾ ਮਰਜ਼ੀ ਦੁੱਖ ਹੋਵੇ, ਭੁੱਖ ਦਾ ਹੋਵੇ, ਸਰੀਰਕ ਰੋਗ ਹੋਵੇ, ਉਹ ਨਿਕਲ ਜਾਂਦਾ, ਪਰ ਗੁਰੂ ਦੇ ਨਾਲ ਗੰਢ ਬਣਨੀ ਚਾਹੀਦੀ। ਉੱਥੇ ਮਹਾਰਾਜ ਨੇ ਬਚਨ ਸੱਤ ਕੀਤੇ ਅਤੇ ਸੱਚੇ ਪਾਤਸ਼ਾਹ ਜੀ ਨੇ ਆਪ ਉਸ ਢਾਬ ਨੂੰ ਮੁਕਤਸਰ ਸਾਹਿਬ ਆਖਿਆ। ਮਹਾਰਾਜ ਨੇ ਉਹ ਜਿਹੜੀ ਢਾਬ ਸੀ ਨਾ, ਉਹ ਮਹਾਰਾਜ ਦੇ ਬੋਲ ਨੇ ਜੀ। ਉਹ ਸੱਚੇ ਪਾਤਸ਼ਾਹ ਜੀ ਦਾ ਵਾਰਿਆ ਉਸ ਸਥਾਨ ਨੂੰ। ਉਸ ਵੇਲੇ ਮਹਾਰਾਜ ਨੇ ਕਿਹਾ ਸੀ, ਕਹਿੰਦੇ ਲੋਕ ਮਾਘੀ ਦੇ ਮਹੀਨੇ ਵਿੱਚ ਜਾਂਦੇ ਹੈ, ਕੋਈ ਤ੍ਰਿਵੇਣੀ ਨਹਾਉਂਦਾ, ਕੋਈ ਹਰਿਦੁਆਰ ਨਹਾਉਂਦਾ। ਕਹਿੰਦੇ ਇਹ ਹੁਣ ਮੁਕਤਸਰ ਸਾਹਿਬ ਹੋ ਗਿਆ, ਕਹਿੰਦੇ ਇੱਥੇ ਇਸ਼ਨਾਨ ਕਰੋ। ਉੱਥੇ ਦਾ ਪਤਾ ਨਹੀਂ ਮੁਕਤੀ ਮਿਲਣੀ ਕਿ ਨਹੀਂ ਮਿਲਣੀ, ਪਰ ਇੱਥੇ ਕਹਿੰਦੇ ਇਸ਼ਨਾਨ ਕਰਨ ਦੇ ਨਾਲ ਜ਼ਰੂਰ ਕਹਿੰਦੇ ਬੰਧਨ ਟੁੱਟਣਗੇ, ਇੱਥੇ ਮੋਕਸ਼ ਮਿਲੇਗਾ। ਕੋਈ ਇੱਥੇ 40 ਮੁਕਤੇ ਹੋਏ ਨੇ, ਕਹਿੰਦੇ 40 ਸਿੰਘ ਧਰਮ ਦੀ ਖਾਤਰ ਜੂਝ ਕੇ ਸ਼ਹੀਦ ਹੋਏ ਸਨ। ਫਿਰ ਹੀ ਪੰਥ ਨੇ ਫੈਸਲਾ ਲਿਆ ਸੀਗਾ। ਕਹਿੰਦੇ ਵੀ ਲੋਕ ਮਾਘੀ 'ਤੇ ਜਾਂਦੇ ਆ, ਇੱਧਰ ਤ੍ਰਿਵੇਣੀ ਜਾਂਦੇ, ਇਲਾਹਾਬਾਦ ਜਾਂਦੇ ਆ, ਹਰਿਦੁਆਰ ਜਾਂਦੇ ਆ, ਭਾਈ ਇੱਥੇ ਆਓ ਮਾਘੀ 'ਤੇ। ਇਹ ਤਾਂ ਮਹਾਰਾਜ ਦਾ ਵਾਰਿਸ ਇਸ ਸਥਾਨ ਨੂੰ ਮਿਲਿਆ। ਫਿਰ ਪੰਥ ਨੇ ਫੈਸਲਾ ਲੈ ਲਿਆ ਵੀ ਜਿਹੜਾ ਮਾਘੀ ਦਾ ਤਿਉਹਾਰ ਹੈ, ਮਾਘੀ ਦਾ ਮਹੀਨਾ, ਸੋ ਉਹ ਮੁਕਤਸਰ ਸਾਹਿਬ ਹੀ ਮਨਾਇਆ ਜਾਇਆ ਕਰੇਗਾ। ਅਤੇ ਹੁਣ ਇਹ ਮਹੀਨੇ ਦੀ ਜਿਹੜੀ ਵਿਚਾਰ ਹੈ ਮਾਝ ਰਾਗ ਦੇ ਵਿੱਚ ਹੈ। ਸੋ ਉਹ ਜਿੰਨਾ ਕੁ ਸਮਾਂ ਰਹਿ ਗਿਆ, ਸੋ ਆਪਾਂ ਉਸ ਹਿਸਾਬ ਦੇ ਨਾਲ ਆਪਾਂ ਸਰਵਣ ਕਰਨੀ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਮਾਘੀ ਦੇ ਮਹੀਨੇ ਦੁਆਰਾ ਉਪਦੇਸ਼ ਕੀ ਦਿੰਦੇ ਨੇ। ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਉਹਦਾ ਮਾਘ ਮਹੀਨੇ ਦਾ ਨਾਂ ਹੈ, ਪਰ ਇਹ ਹੁਣ ਘੱਗੇ ਨੂੰ ਸਿਹਾਰੀ ਹੈ। ਮਾਂ ਮੰਮਾ ਵੱਖਰਾ ਕਰੋ ਅਤੇ ਘੱਗਾ ਵੱਖਰਾ, ਘੇ ਵੜ ਗਿਆ ਮਾਂ ਕੇ। ਸੋ ਮੇਰਾ ਘਰ ਜਿਹੜਾ ਮੇਰਾ, ਆਪਣੇ ਘਰ ਵਿੱਚ ਇਸ਼ਨਾਨ ਕਰਨ ਨੂੰ ਕਿਹਾ ਹੋਇਆ ਜੀ। ਆਪਣਾ ਘਰ ਕਿਹੜਾ? ਆਪਣਾ ਘਰ ਸਰੀਰ, ਹਿਰਦਾ, ਇਹ ਆਪਣਾ ਘਰ ਆ। ਇਹਦੇ ਵਿੱਚ ਇਸ਼ਨਾਨ ਕਰਨ ਨੂੰ ਕਿਹਾ ਹੋਇਆ। ਇਸ਼ਨਾਨ ਕਿਹੜਾ? ਇਸ਼ਨਾਨ ਦੱਸਦੇ ਨੇ, ਕਹਿੰਦੇ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਧੂੜੀ ਕਿਹੜੀ ਹੁੰਦੀ ਹੈ?
ਧੂੜੀ ਨਾ ਜਿਹੜਾ ਗੁਰਮਤਿ ਦਾ ਗਿਆਨ ਆ, ਇਹਨੂੰ ਧੂੜੀ ਕਿਹਾ ਗਿਆ। ਭਗਤ ਕਬੀਰ ਸਾਹਿਬ ਤੋਂ ਜਦੋਂ ਪੁੱਛੋ ਨਾ, ਉਹ ਕਹਿੰਦੇ ਦੇਖੋ ਭਾਈ, ਗਿਆਨ ਕੀ ਆਈ ਆਂਧੀ, ਹਨੇਰੀ ਵਿੱਚ ਕੀ ਹੁੰਦਾ? ਧੂੜ, ਧੂੜੀ ਹੁੰਦੀ ਹਨੇਰੀ ਵਿੱਚ। ਸੋ ਗਿਆਨ ਕੀ ਆਈ ਆਂਧੀ, ਸੋ ਭਾਵ ਗਿਆਨ ਦੀ ਹਨੇਰੀ ਝੁੱਲੀ, ਗਿਆਨ ਦੀ ਜਦੋਂ ਧੂੜ ਪ੍ਰਾਪਤ ਹੁੰਦੀ ਹੈ ਫਿਰ ਇਸ਼ਨਾਨ ਹੁੰਦਾ। ਅਤੇ ਇਹ ਗਿਆਨ ਦੀ ਧੂੜ ਮਿਲਣੀ ਕਿੱਥੋਂ ਹੈ? ਕਹਿੰਦੇ ਸੰਗ ਸਾਧੂਆਂ। ਸੋ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ, ਜਿਨ੍ਹਾਂ ਦਾ ਮਨ ਤੇ ਚਿੱਤ ਇੱਕ ਹੋਇਆ ਪਿਆ। ਮਨ ਨੂੰ ਸਾਧਣ ਤੋਂ ਬਾਅਦ ਤਾਂ ਇਹ ਮਤਲਬ ਇਹ ਹੁੰਦਾ ਮਨ ਚਿੱਤ ਇੱਕ ਹੋ ਗਿਆ। ਸੋ ਮਨ ਜਦੋਂ ਚਿੱਤ ਦੇ ਨਾਲ ਮਿਲਦਾ, ਸੋ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਉੱਥੇ ਜਦੋਂ ਗੁਰਬਾਣੀ ਦਾ ਪ੍ਰਵਾਹ ਚੱਲਦਾ, ਗਿਆਨ ਤਾਂ ਗੁਰਬਾਣੀ ਦਾ ਹੀ ਆਉਣਾ ਨਾ ਜੀ, ਗੁਰਬਾਣੀ ਦਾ ਪ੍ਰਵਾਹ ਚੱਲਿਆ, ਉਹ ਇਸ਼ਨਾਨ ਕਰ ਪਾਤਸ਼ਾਹ। ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ। ਹਰੀ ਦੇ ਨਾਮ ਨੂੰ ਧਿਆਉਣਾ ਅਤੇ ਸੁਣਨਾ, ਇਹ ਦੋਨੋਂ ਹੀ ਕੰਮ ਇਹ ਕਰਨੇ, ਹਰੇਕ ਸਿੱਖ ਨੇ ਕਰਨੇ। ਸੋ ਜੋ ਨੇ ਬੋਲਣਾ ਨਾ, ਜੋ ਨੇ ਜਪਣਾ, ਉਹ ਧਿਆਨ ਦੇ ਵਿੱਚ ਜਪਣਾ, ਧਿਆਨ ਹੋਣਾ ਚਾਹੀਦਾ। ਜੇ ਧਿਆਨ ਹੋਵੇਗਾ ਤਾਂ ਨਿਸ਼ਚੈ ਹੀ ਜਿਹੜਾ ਜਪਣੇ ਵਾਲਾ, ਬੋਲਣੇ ਵਾਲਾ, ਉਸ ਨੂੰ ਖੁਦ ਸੁਣੇਗਾ। ਜੇ ਧਿਆਨ ਦੇ ਨਾਲ ਅਸੀਂ ਪਾਠ ਨਹੀਂ ਕਰਦੇ, ਅਸੀਂ ਪਾਠ ਨਹੀਂ ਸੁਣ ਸਕਦੇ। ਸੁਣਾ ਸਕਦੇ ਹਾਂ ਪਰ ਅਸੀਂ ਆਪ ਨਹੀਂ ਸੁਣ ਸਕਦੇ। ਜੇ ਮੈਂ ਧਿਆਨ ਦੇ ਨਾਲ ਬਾਣੀ ਪੜ੍ਹਾਂ ਤਾਂ ਸਭ ਤੋਂ ਪਹਿਲਾਂ ਬਾਣੀ ਨੂੰ ਮੈਂ ਸੁਣਾਂਗਾ। ਇਸ ਕਰਕੇ ਪਾਤਸ਼ਾਹ ਕਹਿੰਦੇ ਹਰ ਕਾ ਨਾਮ ਧਿਆਏ ਸੁਣ। ਉਹਨੂੰ ਤੂੰ ਧਿਆਨ ਦੇ ਵਿੱਚ ਕਹਿ, ਬੋਲ ਅਤੇ ਸੁਣ। ਜੋ ਤੂੰ ਸੁਣਿਆ ਹੈ ਨਾ, ਹੁਣ ਸਭਨਾਂ ਨੂੰ ਕਰ ਦਾਨ, ਉਹ ਦਾਨ ਕਰ। ਇੱਥੇ ਹੁੰਦਾ ਕੀ ਹੈ? ਜੋ ਲਿਖਿਆ ਉਹ ਪੜ੍ਹ ਕੇ ਸੁਣਾਉਂਦਾ, ਮੈਨੂੰ ਦਾਨ ਮੰਨਦਾ। ਇਹਨੂੰ ਗੁਰੂ ਤਾਂ ਇਹਨੂੰ ਦਾਨ ਹੀ ਨਹੀਂ ਮੰਨਦਾ ਜੀ, ਗੁਰੂ ਨਹੀਂ ਇਹਨੂੰ ਦਾਨ ਮੰਨਦਾ। ਸੋ ਉਹਦਾ ਜਿਹੜਾ ਸੁਣਾਉਣੇ ਵਾਲਾ ਉਹਨੂੰ ਕੋਈ ਲਾਭ ਨਹੀਂ। ਦਾਨ ਤਾਂ ਦਾਤਾ ਜਿਹੜਾ ਹੁੰਦਾ ਨਾ, ਦਾਤਾ ਦਾਨ ਦਿੰਦਾ, ਦਾਤੇ ਨੂੰ ਉਹਦਾ ਲਾਭ ਮਿਲਦਾ। ਪਰ ਜੇ ਉਹ ਦੇਵਨਹਾਰ ਰੱਬ ਨੂੰ ਮੰਨਦਾ, ਦੇਵਨਹਾਰ ਰੱਬ ਨੂੰ ਮੰਨਦਾ, ਆਪ ਵਿੱਚ ਬਣ ਕੇ ਰਹਿੰਦਾ ਵੀ ਦਿੱਤਾ ਉਹਨੇ, ਫਿਰ ਉਹਨੂੰ ਲਾਭ ਹੁੰਦਾ। ਇਸੀ ਤਰ੍ਹਾਂ ਜਿਹੜਾ ਸ਼ਬਦ ਹੈ, ਜਿਹੜਾ ਸ਼ਬਦ ਸੁਣਾਉਣੇ ਵਾਲਾ, ਜੇ ਆਪ ਉਸ ਨੂੰ ਸੁਣ ਕੇ ਅਤੇ ਫੇਰ ਦੱਸੇ, ਆਪ ਸਮਝ ਕੇ ਫੇਰ ਸਮਝਾਵੇ, ਉਹ ਹੈ ਦਾਨ, ਉਹ ਸ਼ਬਦ ਦਾ ਦਾਨ ਹੈ। ਔਰ ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਉੱਤਮ ਦਾਨ ਕਹਿ ਦਿੱਤਾ ਹੈ। ਤੀਰਥਾਂ 'ਤੇ ਜਾਂਦੇ ਨੇ ਲੋਕ, ਇਸ਼ਨਾਨ ਕਰਦੇ ਨੇ, ਉੱਥੇ ਜਾ ਕੇ ਦਾਨ ਦਿੰਦੇ ਨੇ, ਅਤੇ ਉਹਦੇ ਨਾਲੋਂ ਕਈ ਗੁਣਾ ਵੱਧ ਕੇ ਸ਼ਬਦ ਦੇ ਦਾਨ ਦਾ ਮਹਾਤਮ ਹੈ। ਸੋ ਇਹਦਾ ਦਾਨ ਬਹੁਤ ਉੱਤਮ ਮੰਨਿਆ ਜਾਂਦਾ ਹੈ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਸਵਾਲ ਪੈਦਾ ਹੁੰਦਾ ਕਿ ਮਨ ਨੂੰ ਜਿਹੜੀ ਮੈਲ ਉਹ ਲੱਗੀ ਕਿਹੜੀ ਹੈ? ਪਾਤਸ਼ਾਹ ਕਹਿੰਦੇ ਜਿਹੜੇ ਜਨਮ ਲਏ ਹੋਏ ਨੇ, ਜਨਮ ਲੈ ਕੇ ਕਰਮ ਕੀਤੇ ਹੋਏ ਨੇ। ਹੁਣ ਕਰਮ ਕਿੱਦਾਂ ਦੇ ਕੀਤੇ ਆ? ਅਤੇ ਇਹ ਤਾਂ ਕੋਈ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ। ਜੋ ਕਰਮ ਆਪਾਂ ਹੁਣ ਕਰਦੇ ਰਹੇ ਇਸ ਵੇਲੇ, ਕੋਈ ਇੱਦਾਂ ਦੇ ਹੋਣਗੇ ਜਿਹੜੇ ਪਹਿਲੇ ਵੀ ਜਨਮ ਹੋਣਗੇ। ਸੋ ਇਹੋ ਜਿਹੇ ਕਰਮ ਹੋਣਗੇ, ਕਿਉਂਕਿ ਜਿੱਦਾਂ ਦੇ ਕਰਮ ਕੀਤੇ ਉੱਦਾਂ ਦਾ ਬੰਦੇ ਦਾ ਸੁਭਾਅ ਹੁੰਦਾ। ਜੇ ਜਪ ਤਪ ਕਰਦਾ ਰਿਹਾ, ਬੰਦਗੀ ਕਰਦਾ ਰਿਹਾ, ਅਤੇ ਹੁਣ ਵੀ ਬੰਦਗੀ ਵਾਲਾ ਸੁਭਾਅ। ਜੇ ਨਹੀਂ ਬੰਦਗੀ ਹੋਈ, ਨਹੀਂ ਜਪ ਤਪ ਹੋਇਆ, ਕੋਈ ਪੁੰਨ ਦਾਨ ਪੁੰਨ ਕੀਤਾ ਸੀ, ਮਾਨੁਖ ਦੇਹੀ ਪ੍ਰਾਪਤ ਹੋ ਗਈ, ਅਤੇ ਹੁਣ ਫੇਰ ਨਹੀਂ ਰੱਬ ਦੇ ਨਾਲ ਜੁੜਦਾ ਪਿਆ, ਹੁਣ ਫੇਰ ਕੰਮ ਇਹਦੇ ਸਾਰੇ ਸੰਸਾਰੀ ਨੇ। ਸੋ ਉਹ ਜਿਹੜੇ ਕਰਮ ਸੰਸਾਰਕ ਕੀਤੇ ਹੋਏ ਨੇ, ਧੋਖਾ, ਠੱਗੀ, ਫਰੇਬ, ਵਾਲ, ਛਲ, ਇਹੋ ਜਿਹੇ ਜਿਹੜੇ ਕੰਮ ਕੀਤੇ, ਉਹਨਾਂ ਦੀ ਮੈਲ ਦੀ ਗੱਲ ਕਰਦੇ। ਕਹਿੰਦੇ ਭਾਵ ਵਿਕਾਰਾਂ ਦੇ ਅਧੀਨ ਰਹਿ ਕੇ ਕੀਤੇ ਹੋਏ ਕਰਮ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਵਿਕਾਰਾਂ ਦੇ ਅਧੀਨ ਹੋ ਕਰਕੇ ਜਦੋਂ ਕਰਮ ਕਰਦਾ ਨਾ, ਉਹਦੀ ਮੈਲ। ਔਰ ਸਭ ਤੋਂ ਹੀ ਮਾੜੀ ਮੈਲ ਜਿਹੜੀ ਲਹਿੰਦੀ ਨਹੀਂ ਹੈ, ਉਹ ਹਉਮੈ ਦੀ ਮੰਨਿਆ ਜਾਂਦਾ, ਜਿਹੜੀ ਲਹਿੰਦੀ ਨਹੀਂ ਹੈ। ਸੋ ਉਹ ਮੈਲ ਲੱਗੀ ਹੋਈ, ਜਨਮ ਕਰਮ ਮਲ ਲੱਗੀ ਹੋਈ ਮੈਲ। ਕਹਿੰਦੇ ਜਦੋਂ ਤੂੰ ਬਾਣੀ ਨੂੰ ਪੜ੍ਹੇਗਾ, ਸਮਝੇਗਾ, ਸਮਝਾਵੇਂਗਾ, ਸਮਝਾਉਣ ਦੇ ਨਾਲ ਮਿਲਦਾ ਕੀ ਹੈ? ਅਸੀਂ ਹੋਰ ਚੰਗੀ ਤਰ੍ਹਾਂ ਸਮਝ ਜਾਂਦੇ ਹਾਂ। ਜੇ ਅਸੀਂ ਇੱਕ ਨੂੰ ਇੱਕ ਹੋਰ ਸਮਝਾ ਲਈਏ ਨਾ, ਚਲੋ ਇੱਕ ਤਾਂ ਸਟੇਜ ਤੋਂ ਕਥਾ ਕਰਨੀ ਉਹ ਤਾਂ ਵੱਖਰੀ ਗੱਲ, ਕਿਸੇ ਨਾਲ ਦੇ ਸਾਥੀ ਨੂੰ ਵੀ ਆਪਾਂ ਬਾਣੀ ਦੀ ਗੱਲ ਸਮਝਾਈਏ, ਉਹਦੇ ਨਾਲ ਮੈਨੂੰ ਕੀ ਲਾਭ ਹੈ? ਸਮਝਾਉਣੇ ਵਾਲੇ ਨੂੰ ਕੀ ਲਾਭ ਹੈ? ਉਹ ਹੋਰ ਚੰਗੀ ਤਰ੍ਹਾਂ ਸਮਝ ਜਾਵੇਗਾ।
ਨਾਲੇ ਤਾਂ ਦਾਨ ਹੋ ਗਿਆ, ਨਾਲੇ ਹੋਰ ਚੰਗੀ ਤਰ੍ਹਾਂ ਸਮਝ ਗਿਆ। ਮਿਲਣਾ ਕੀ ਹੈ? ਕਹਿੰਦੇ ਮਨ ਨੂੰ ਲੱਗੀ ਹੋਈ ਜਿਹੜੀ ਮੈਲ ਆ ਨਾ ਜਨਮਾਂ ਜਨਮਾਤਰਾਂ ਦੀ, ਉਹ ਲੈ ਜਾਵੇਗੀ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਹਿੰਦੇ ਮਨ ਨੂੰ ਜਿਹੜਾ ਹੰਕਾਰ ਚਿੰਬੜਿਆ ਸੀ, ਕਹਿੰਦੇ ਲੈ ਜਾਂਦਾ। ਕਾਮ ਕ੍ਰੋਧ ਨਾ ਮੋਹੀਆ, ਬਿਨਸੈ ਲੋਭ ਸੁਆਨ। ਲੋਭ ਨੂੰ ਕੁੱਤਾ ਕਹਿ ਦਿੱਤਾ। ਜਿਹੜਾ ਲੋਭ ਆ ਨਾ ਬੰਦੇ ਨੂੰ ਕੁੱਤੇ ਵਾਂਗੂ ਫਿਰ ਘੁਮਾਉਂਦਾ, ਗਲੀ ਗਲੀ ਘੁਮਾਉਂਦਾ। ਕੁੱਤਾ ਇੱਕ ਇੱਕ ਬੁਰਕੀ ਦੇ ਉੱਤੇ ਪੂਛ ਹਿਲਾਉਂਦਾ ਰਹਿੰਦਾ। ਲੋਭੀ ਬੰਦੇ ਦਾ ਵੀ ਇਹ ਕੰਮ ਵੀ ਬੁਰਕੀ ਜਿੱਥੋਂ ਮਿਲਦੀ ਸੀ ਨਾ ਉਹਦਾ ਹੀ ਬਣ ਜਾਂਦਾ, ਉਹਦੇ ਅੱਗੇ ਪੂਛ ਹਿਲਾਉਂਦਾ। ਪੂਛ ਹਿਲਾਉਣ ਤੋਂ ਭਾਵ ਹੁੰਦਾ ਸੋ ਉਹ ਜਿੱਦਾਂ ਦਾ ਮਰਜ਼ੀ ਹੈ, ਪਰ ਉਹਦੀ ਸਿਫਤ ਕਰੀ ਜਾਊਗਾ, ਸਿਫਤ ਹੀ ਕਰੀ ਜਾਊਗਾ, ਉਹਦੇ ਸਾਰੀਆਂ ਬੁੱਤੀਆਂ ਦਿੱਤੀਆਂ ਕਰੀ ਜਾਵੇਗਾ। ਕਾਰਨ ਕੀ ਕਿ ਮੈਨੂੰ ਇਸਨੇ ਬੁਰਕੀ ਪਾਉਣੀ ਹੈ। ਇਸੇ ਕਰਕੇ ਲੋਭੀ ਬੰਦੇ ਬੜੀ ਛੇਤੀ ਵਿਕ ਜਾਂਦੇ ਨੇ। ਹੁਣ ਮਹਾਰਾਜ ਪਾਤਸ਼ਾਹ ਕਹਿੰਦੇ ਕਾਮ ਇਹ ਵੀ ਖਤਮ ਹੋ ਜਾਂਦਾ ਹੈ ਜਦੋਂ ਬਾਣੀ ਨੂੰ ਪੜ੍ਹਿਆ, ਸੁਣਿਆ ਅਤੇ ਸੁਣਾਇਆ, ਇਹਦਾ ਦਾਨ ਕੀਤਾ। ਕਹਿੰਦੇ ਕਾਮ ਵੀ ਗਿਆ, ਕਾਮ ਬਿਰਤੀ ਖਤਮ, ਕ੍ਰੋਧ ਵੀ ਗਿਆ, ਮੋਹ ਵੀ ਗਿਆ ਹੈ, ਅਤੇ ਜਿਹੜਾ ਲੋਭ ਸੀ ਨਾ, ਜਿਹੜਾ ਕੁੱਤੇ ਵਾਂਗੂ ਘੁਮਾਉਂਦਾ ਪਿਆ ਸੀਗਾ, ਕਹਿੰਦੇ ਇਹ ਵੀ ਖਤਮ ਹੋ ਗਿਆ। ਇਹ ਪੰਜੇ ਵਿਕਾਰ ਤਾਂ ਬੰਦੇ ਨੂੰ ਤੰਗ ਕਰਦੇ ਨੇ। 5 ਦੇ 5 ਵਿਕਾਰ ਸਿਰਫ ਅੰਦਰ ਇਸ਼ਨਾਨ ਕਰਨ ਦੇ ਨਾਲ ਇਹ ਖਤਮ ਹੁੰਦੇ ਹੈ। ਅੰਦਰ ਇਸ਼ਨਾਨ ਗਿਆਨ ਦਾ ਮਹਾਰਾਜ ਨੇ ਜਿਹੜਾ ਸਮਝਾਇਆ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਤੇ ਇਹ ਸੱਚ ਦਾ ਮਾਰਗ ਹੈ। ਬਾਣੀ ਪੜ੍ਹਨੀ, ਸੁਣਨੀ, ਸਮਝਣੀ, ਸਮਝਾਉਣੀ ਸੱਚ ਦਾ ਮਾਰਗ ਹੈ। ਸਤਸੰਗ ਕਰਨੀ, ਪਰਉਪਕਾਰ ਕਰਨਾ, ਇਹ ਸੱਚ ਦਾ ਮਾਰਗ ਹੈ। ਕਿਸੇ ਦੇ ਨਾਲ ਠੱਗੀ, ਧੋਖਾ, ਫਰੇਬ ਨਹੀਂ ਕਰਨਾ ਸੱਚ ਦਾ ਮਾਰਗ ਹੈ। ਸੱਚੇ ਪਾਤਸ਼ਾਹ ਕਹਿੰਦੇ ਇਸ ਮਾਰਗ ਦੇ ਉੱਤੇ ਜਿਹੜਾ ਚੱਲ ਪੈਂਦਾ ਹੈ ਨਾ, ਸਾਰਾ ਜਹਾਨ ਉਹਦੀ ਉਸਤਤੀ ਕਰਦਾ ਹੈ। ਅਤੇ ਹਰ ਕੋਈ ਚਾਹੁੰਦਾ ਕਿ ਮੇਰਾ ਮਾਣ ਹੋਵੇ। ਬੰਦਾ ਆਪਣੀ ਸ਼ੋਭਾ ਕਰਾਉਣ ਵਾਸਤੇ ਪਤਾ ਨਹੀਂ ਕਿੰਨਾ ਕੁਝ ਕਰਦਾ, ਕਿੰਨਾ ਪੈਸਾ ਖਰਚ ਦਿੰਦਾ, ਕਿੰਨਾ ਟਾਈਮ ਬਰਬਾਦ ਕਰਦਾ। ਚਾਹੁੰਦਾ ਕੀ ਹੈ? ਚਾਹੁੰਦਾ ਤਾਂ ਸ਼ੋਭਾ ਹੀ ਆ ਨਾ। ਅਤੇ ਜਿਹੜਾ ਸੱਚ ਦੇ ਮਾਰਗ 'ਤੇ ਚੱਲਦਾ ਉਹ ਸ਼ੋਭਾ ਚਾਹੁੰਦਾ ਹੀ ਨਹੀਂ। ਜਿਹੜੀ ਚੀਜ਼ ਨੂੰ ਆਪਾਂ ਚਾਹੁੰਦੇ ਨੇ ਉਹਦੀ ਪਕੜ ਕਰਦੇ ਹਾਂ, ਪਕੜ ਵੀ ਇਹ ਮੈਨੂੰ ਚਾਹੀਦੀ ਹੈ, ਉਹ ਇਹਦੇ ਹੱਥ ਨਹੀਂ ਆਉਂਦੀ, ਉਹ ਵਸਤੂ ਨਹੀਂ ਹੱਥ ਆਉਂਦੀ। ਪਕੜ ਛੱਡ ਦਿਓ, ਪਕੜ ਛੱਡ ਦਿਓ, ਉਹ ਉਹਦੇ ਅੱਗੇ ਗਿਆ ਜਾਂਦੀ ਹੈ। ਕੋਈ ਵੀ ਦੇਖ ਲਓ, ਕੋਈ ਵੀ ਵਸਤੂ ਵੇਖ ਲਓ, ਪਕੜ ਛੱਡੋ। ਨੀਂਦ ਆ, ਨੀਂਦ ਨਹੀਂ ਆਉਂਦੀ, ਪਕੜ ਕਰਦੇ ਪਏ, ਨੀਂਦ ਨਹੀਂ ਆਉਂਦੀ, ਨਹੀਂ ਆਉਣੀ ਜੀ। ਜਦੋਂ ਪਕੜ ਛੱਡ ਦਿੱਤੀ, ਨੀਂਦ ਦਾ ਚੇਤਾ ਭੁੱਲ ਗਿਆ, ਨੀਂਦ ਆਪਣੇ ਆਪ ਆ ਜਾਂਦੀ ਹੈ ਜੀ। ਪ੍ਰੈਕਟੀਕਲ ਕਰਕੇ ਵੇਖ ਲਓ, ਕੋਈ ਵੀ ਵਸਤੂ ਹੈ, ਜਿੰਨਾ ਚਿਕਰ ਮੈਂ ਪਕੜ ਕਰਦਾ ਹਾਂ ਨਾ, ਅਤੇ ਉਹ ਮੇਰੇ ਤੋਂ ਦੂਰ ਭੱਜਦੀ ਹੈ। ਪਕੜ ਛੱਡੋ। ਮਹਾਰਾਜ ਇਹੀ ਤਾਂ ਕਹਿੰਦੇ ਵੀ ਗੁਰ ਕੇ ਭਾਣੇ ਵਿੱਚ ਆ। ਜਿਹੜੀ ਪਕੜ ਛੱਡਣੀ ਇਹ ਗੁਰੂ ਕਾ ਭਾਣਾ ਹੈ, ਜਿਹੜੀ ਪਕੜ ਕਰਨੀ ਉਹ ਆਪਣਾ ਭਾਣਾ ਹੈ, ਉਹ ਮੈਂ ਚਾਹੁੰਦਾ। ਅਤੇ ਗੁਰੂ ਕਹਿੰਦਾ ਵੀ ਨਹੀਂ, ਵੀ ਤੂੰ ਭਾਈ ਆਪਣਾ ਭਾਣਾ ਛੱਡ ਦੇ ਅਤੇ ਗੁਰੂ ਦੇ ਭਾਣੇ ਵਿੱਚ ਚੱਲ। ਸਤਿਗੁਰੂ ਜੀ ਇਹੀ ਸਾਨੂੰ ਸਮਝਾਉਂਦੇ ਨੇ। ਹੁਣ ਸੱਚ ਦਾ ਮਾਰਗ ਜਿਹੜਾ ਗੁਰੂ ਕਾ ਭਾਣਾ, ਸੱਚ ਦਾ ਮਾਰਗ ਗੁਰੂ ਕਾ ਹੁਕਮ ਹੈ। ਜਿਹੜਾ ਗੁਰੂ ਦੇ ਹੁਕਮ 'ਤੇ ਚੱਲਦਾ ਹੈ ਉਹਦੇ ਵਿੱਚ ਆਪਣਾ ਨਫਾ ਨਹੀਂ ਵੇਖਦਾ, ਆਪਣਾ ਨੁਕਸਾਨ ਨਹੀਂ ਵੇਖਦਾ। ਭਾਈ ਮੋਤੀ ਰਾਮ ਮਹਿਰੇ ਨੇ, ਉਹਨੂੰ ਪਤਾ ਸੀਗਾ ਵੀ ਮੇਰੇ ਨਾਲ ਬੜਾ ਕੁਝ ਹੋ ਸਕਦਾ। ਉਹ ਇੱਕ ਪਾਸੇ ਸੱਚ ਦਾ ਮਾਰਗ ਹੈ, ਉਹ ਸੀ ਸਾਹਿਬਜ਼ਾਦਿਆਂ ਦੀ ਸੇਵਾ, ਮਾਤਾ ਦੀ ਸੇਵਾ, ਉਹ ਸੀ ਸੱਚ ਦਾ ਮਾਰਗ। ਉਹ 'ਚ ਕੋਈ ਨਫਾ ਨਹੀਂ ਵੇਖਿਆ, ਕੋਈ ਨੁਕਸਾਨ ਨਹੀਂ ਵੇਖਿਆ। ਇੱਦਾਂ ਦੀ ਤਾਂ ਭਾਵਨਾ ਕੋਈ ਨਹੀਂ ਸੀ ਨਾ। ਇਹ ਜ਼ਰੂਰ ਸੀਗਾ ਵੀ ਹਾਂ, ਵੀ ਜਦੋਂ ਪਤਾ ਲੱਗਿਆ ਤੇ ਹਕੂਮਤ ਸਾਡੇ ਨਾਲ ਮਾੜਾ ਕਰ ਸਕਦੀ ਹੈ, ਅਤੇ ਮਾੜਾ ਕੀ ਮਾਰਿਆ ਹੈ ਨਾ, ਖਤਮ ਕੀਤਾ। ਅਤੇ ਅੱਜ ਜਿਉਂ-ਜਿਉਂ ਇਹ ਸਮਾਂ ਬਤੀਤ ਹੁੰਦਾ ਜਾਣਾ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਸਥਾਨ 'ਤੇ ਮੱਥਾ ਟੇਕਣਾ, ਅਤੇ ਮੋਤੀ ਰਾਮ ਮਹਿਰਾ ਜੀ ਦੇ ਜਿਹੜੇ ਗਲਾਸ ਨੇ ਉਹਨਾਂ ਨੂੰ ਵੀ ਮੱਥਾ ਟੇਕਿਆ ਜਾਂਦਾ ਜੀ, ਜਿਨ੍ਹਾਂ 'ਚ ਸਾਹਿਬਜ਼ਾਦਿਆਂ ਨੇ ਦੁੱਧ ਪੀਤਾ। ਉਹਨੀ ਤਾਂ ਇੱਕ ਵਾਰੀ ਜਾਂ 2 ਵਾਰੀ ਦੁੱਧ ਪੀਤਾ। ਉਹਨਾਂ ਬਰਤਨ, ਉਹ ਬਰਤਨ ਕਿਹਦੇ ਘਰ ਦੇ ਸੀਗੇ? ਉਹ ਕਿਹਦੀ ਰਸੋਈ ਦੇ ਬਰਤਨ ਸੀਗੇ? ਉਹ ਬਾਬਾ ਮੋਤੀ ਰਾਮ ਦੀ ਰਸੋਈ ਦੇ ਬਰਤਨ ਸੀ। ਅੱਜ ਮੱਥਾ ਟੇਕਿਆ ਜਾਂਦਾ ਉਹਨਾਂ ਬਰਤਨਾਂ ਦਾ। ਸੋ ਜਿਹੜੇ ਸੱਚ ਦੇ ਮਾਰਗ 'ਤੇ ਚੱਲ ਪਿਆ ਨਾ, ਉਹ ਨਫਾ ਨਹੀਂ ਵੇਖਦਾ, ਨੁਕਸਾਨ ਨਹੀਂ ਵੇਖਦਾ, ਨਾ ਦੁੱਖ ਵੇਖਦਾ, ਨਾ ਸੁੱਖ ਵੇਖਦਾ। ਉਸਤਤ ਕਰੇ ਜਹਾਨ, ਨਾ ਆਪਣੀ ਉਸਤਤੀ ਨਹੀਂ ਚਾਹੁੰਦਾ। ਉਹਨੇ ਉਸਤਤੀ ਵਾਸਤੇ ਥੋੜ੍ਹੀ ਸੱਚ ਦਾ ਰਾਹ ਚੁਣਿਆ, ਨਹੀਂ ਮੇਰਾ ਫਰਜ਼ ਹੈ। ਸੋ ਉਹਦੀ ਉਸਤਤੀ ਸਾਰਾ ਜਹਾਨ ਕਰਦਾ। ਜਿੱਦਾਂ 10ਵੇਂ ਪਾਤਸ਼ਾਹੀ ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਸ਼ੀਸ਼ ਦਿੱਤਾ, ਹੈ ਸਭ ਜਗ ਭਇਓ, ਜੈ 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 ਸੁਰ ਲੋਕ। ਸੋ ਜਿਹੜੇ
ਦੇਵਤੇ ਵੀ ਸੁਰ ਲੋਕ ਤਾਂ ਫਿਰ ਦੇਵਤਿਆਂ ਨੂੰ ਕਹਿ ਦਿੱਤਾ। ਕਹਿੰਦੇ ਉਹ ਵੀ ਫਿਰ ਜੈ ਜੈਕਾਰ ਕਰਦੇ ਜਿਹੜੇ ਸੱਚ ਦੇ ਮਾਰਗ 'ਤੇ ਚੱਲਦੇ ਨੇ। 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। 68 ਤੀਰਥ, 68 ਤੀਰਥ ਮੰਨੇ ਜਾਂਦੇ ਨੇ। ਤੀਰਥ ਬਹੁਤ ਨੇ, ਪਰ ਜਿਨ੍ਹਾਂ ਨੂੰ ਪ੍ਰਮਾਣਿਤ ਮੰਨਿਆ ਵੀ 68 ਤੀਰਥ ਹੈ, ਵੀ ਉਹਨਾਂ 'ਤੇ ਲੋਕ ਜਾਂਦੇ ਨੇ, ਸਮਾਂ ਕੱਢਦੇ ਨੇ, ਇਸ਼ਨਾਨ ਕਰਦੇ ਨੇ, ਮਨ ਚਾਹੁੰਦੇ ਲੈ ਮੈਂ 68 ਤੀਰਥ ਨਹਾ ਲਿਆ ਅਤੇ ਲੈ ਵੀ ਹੁਣ ਮੈਨੂੰ ਸਵਰਗ ਮਿਲ ਜੂ। ਜਿਹੜਾ ਕਹਿੰਦਾ ਨਾ ਮੈਂ ਨਹਾ ਲਿਆ, ਉਹ ਹਉਮੈ ਦੀ ਮੈਲ ਲੱਗ ਗਈ। ਮਹਾਰਾਜ ਬਾਣੀ ਇਹੀ ਦੱਸਦੇ, ਕਹਿੰਦੇ ਤੀਰਥ ਜਾਓ ਤਾਂ ਹਉ ਕਰਤੇ, ਹਉਮੈ ਦੀ ਮੈਲ ਲੱਗ ਜਾਂਦੀ ਹੈ। ਇਸ ਕਰਕੇ 68 ਤੀਰਥ ਮਹਾਰਾਜ ਕਹਿੰਦੇ 68 ਤੀਰਥ ਗੁਰੂ ਕੀ ਸ਼ਰਣੀ, ਗੁਰੂ ਦੀ ਸ਼ਰਨ ਵਿੱਚ 68 ਤੀਰਥ ਹੈ। ਅਤੇ ਜੇ 68 ਤੀਰਥ ਦਾ ਅਸਲੀ ਅਰਥ ਗੁਰੂ ਤੋਂ ਪੁੱਛੀਏ ਸੋ 8 ਆਠਿਆ ਰੱਬੀ ਗੁਣ 60 ਗੰਢ ਨੂੰ ਕਿਹਾ ਜਾਂਦਾ। ਆ ਜਿਹੜਾ ਮੂਲ ਮੰਤਰ ਹੈ ਨਾ, ਇਹਦੇ ਵਿੱਚ 8 ਗੁਣ ਨੇ ਮੂਲ ਮੰਤਰ ਦੇ ਵਿੱਚ। ਜਦੋਂ ਇਹਦੇ ਨਾਲ ਗੰਢ ਕੋਈ ਪਾ ਲੈਂਦਾ ਹੈ ਨਾ, ਮੂਲ ਮੰਤਰ ਦਾ ਜਾਪ ਕਰਦਾ, ਇਹ ਮੂਲ ਮੰਤਰ ਅੰਦਰ ਚੱਲ ਪੈਂਦਾ ਹੈ, ਮੂਲ ਮੰਤਰ ਦੇ ਨਾਲ ਸਾਂਝ ਪੈ ਗਈ, ਉਹਦਾ 68 ਤੀਰਥਾਂ ਦਾ ਇਸ਼ਨਾਨ ਡੇਲੀ ਹੁੰਦਾ। ਉਹ ਡੇਲੀ 68 ਤੀਰਥਾਂ ਦਾ ਇਸ਼ਨਾਨ ਕਰਦਾ। ਤਾਂ ਇੱਥੇ ਮਹਾਰਾਜ ਨੂੰ ਉਹ ਜਿਹੜੇ ਤੀਰਥਾਂ 'ਤੇ ਨਹਾਉਂਦੇ ਨੇ ਤਾਂ ਉਹਨਾਂ ਦੀ ਗੱਲ ਕੀਤੀ। ਕਹਿੰਦੇ ਭਾਈ ਆਪਣੇ ਜੀ 'ਤੇ ਦਇਆ ਤਾਂ ਕਰੋ ਜਿਹਨੂੰ ਕਈ ਜਨਮ ਹੋ ਗਏ, ਕਈ ਜਨਮ, ਕਦੀ ਇਹ ਕੀੜਾ ਬਣਿਆ, ਕਦੀ ਪਤੰਗਾ ਬਣਿਆ, ਕਦੀ ਸੱਪ ਬਣਿਆ, ਕਦੀ ਬਿੱਛੂ, ਕਦੀ ਠੂਹਾਂ। ਕਹਿੰਦੇ ਇੰਨੇ ਜਨਮ ਇਸਨੇ ਧਾਰਨ ਕੀਤੇ, ਤੈਨੂੰ ਆਪਣੇ ਜੀ 'ਤੇ ਦਇਆ ਨਹੀਂ ਆਉਂਦੀ? ਆਪਣੇ ਜੀ ਦਇਆ ਪ੍ਰਵਾਨ, ਪਹਿਲਾਂ ਆਪਣੇ ਜੀ 'ਤੇ ਦਇਆ ਕਰ। ਇਹਦਾ ਜੰਮਣਾ ਮਰਨਾ ਛੁਡਾ ਲਾ। ਉਹ ਕਿੱਦਾਂ ਛੁੱਟੇਗਾ? ਉਹ ਗੁਰੂ ਦੀ ਸ਼ਰਨ ਵਿੱਚ ਛੁੱਟੇਗਾ, ਉੱਦਾਂ ਨਹੀਂ ਛੁੱਟ ਸਕਦਾ ਪਾਤਸ਼ਾਹ ਕਹਿੰਦੇ। ਸੋ ਆਪਣੇ ਜੀ 'ਤੇ ਦਇਆ ਕਰ ਲਵੇ ਨਾ, ਤੇਰੇ ਸਾਰੇ ਤੀਰਥ ਨਹਾਤੇ ਗਏ, ਸਾਰਾ ਦਾਨ ਪੁੰਨ ਕਹਿੰਦੇ ਤੇਰਾ ਪ੍ਰਵਾਨ। ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾ। ਸੋ ਉਹ ਜਿਹੜਾ ਧੂੜੀ ਕਰ ਇਸ਼ਨਾਨ, ਬਾਣੀ ਦਾ ਗਿਆਨ ਹੈ ਨਾ, ਜਿਹਨੂੰ ਉਹ ਦਿੰਦਾ, ਉਹ ਆਪਣੀ ਦਇਆ ਕਰਕੇ ਦਿੰਦਾ। ਨਹੀਂ ਤਾਂ ਸੋ ਸਾਡੇ 'ਚ ਇੰਨਾ ਗੁਣ ਕਿੱਥੇ ਹੈ? ਸਾਡੇ 'ਚ ਇੰਨਾ ਗੁਣ ਨਹੀਂ ਵੀ ਅਸੀਂ ਉਹਦੇ ਕੋਲੋਂ ਇਹ ਦਾਨ ਲੈ ਸਕੀਏ। ਉਹਦੀ ਤਾਂ ਕੀਮਤ ਹੀ ਕੋਈ ਨਹੀਂ। ਮਨ ਦੇ ਰਾਮ ਲਿਆ ਹੈ ਮੋਲ, ਇਹਦੀ ਕੋਈ ਕੀਮਤ ਹੈ? ਇਹਦੀ ਕੋਈ ਕੀਮਤ ਨਹੀਂ ਹੈ। ਮਨ ਵੇਚਣਾ ਪੈਂਦਾ, ਮਨ ਦੇਣਾ ਪੈਂਦਾ, ਫਿਰ ਬਾਣੀ ਕਿਤੇ ਪ੍ਰਾਪਤ ਹੁੰਦੀ। ਜੇ ਬਾਣੀ ਨਹੀਂ ਪ੍ਰਾਪਤ ਹੁੰਦੀ, ਪੜ੍ਹਨ ਸਾਰੀ ਪੜ੍ਹ ਲੈਂਦੇ, ਗੁਰਮੁਖੀ ਦੇ ਅੱਖਰ ਸਿੱਖ ਲਓ, ਬਾਣੀ ਕਿਹੜਾ ਨਹੀਂ ਪੜ੍ਹ ਲੈਂਦਾ ਜੀ, ਸਾਰੇ ਹੀ ਪੜ੍ਹ ਲੈਂਦੇ ਨੇ। ਸੋ ਜਦੋਂ ਬਾਣੀ ਦੇ ਵਿੱਚੋਂ ਦੀਖਿਆ ਮਿਲਦੀ ਹੈ, ਬਾਣੀ ਪੜ੍ਹਨੀ ਹੁੰਦੀ ਸਿੱਖਿਆ। ਬਾਣੀ ਤੁਸੀਂ ਪੜ੍ਹ ਲਓ, ਇਹਨੂੰ ਸਿੱਖਿਆ ਗਿਆ ਜਾਂਦਾ। ਜਦੋਂ ਬਾਣੀ ਦੀ ਵਿਚਾਰ ਤੁਹਾਡੇ ਅੰਦਰ ਵਸ ਜਾਂਦੀ, ਇਹਨੂੰ ਦੀਖਿਆ ਗਿਆ ਜਾਂਦਾ। ਜਦੋਂ ਬਾਣੀ ਦੇ ਵਿੱਚੋਂ ਦੀਖਿਆ ਪ੍ਰਾਪਤ ਹੋ ਜਾਂਦੀ ਹੈ, ਉਹ ਕਿਸੇ ਕੀਮਤ 'ਤੇ ਨਹੀਂ ਮਿਲਦੀ, ਉਹ ਨਹੀਂ ਮਿਲਦੀ, ਉਹ ਵਿਦਵਾਨ ਹੋ ਕਰਕੇ ਵੀ ਨਹੀਂ ਮਿਲਦੀ, ਉਹ ਗੁਰੂ ਦੀ ਕਿਰਪਾ ਹੁੰਦੀ ਫੇਰ ਮਿਲਦੀ। ਦੀਖਿਆ ਨਹੀਂ ਤਾਂ ਦੀਖਿਆ ਨਹੀਂ ਮਿਲਦੀ, ਸਵਾਲ ਹੀ ਨਹੀਂ ਪੈਦਾ ਹੁੰਦਾ ਦੀਖਿਆ ਮਿਲ ਜਾਵੇ। ਜਿਹਦੇ 'ਤੇ ਉਹ ਦਇਆ ਕਰਦੇ ਨੇ ਉਸ ਨੂੰ ਬਾਣੀ ਦੀ ਦੀਖਿਆ ਪ੍ਰਾਪਤ ਹੁੰਦੀ ਹੈ, ਉਹਨੂੰ ਬਾਣੀ ਪ੍ਰਾਪਤ ਹੋ ਜਾਂਦੀ। ਜਿਸ ਨੂੰ ਬਾਣੀ ਦਾ ਗਿਆਨ ਪ੍ਰਾਪਤ ਹੋ ਗਿਆ, ਮਹਾਰਾਜ ਕਹਿੰਦੇ ਸੋਈ ਪੁਰਖ ਸੁਜਾਨ। ਬਾਬਾ ਬੁੱਢਾ ਜੀ ਕਿਤੇ ਸਕੂਲ ਨਹੀਂ ਸੀਗਾ, ਬਚਪਨ ਤੋਂ ਉਹਨਾਂ ਨੇ ਮੱਝਾਂ ਚਾਰੀਆਂ ਬਾਬਾ ਬੁੱਢਾ ਜੀ ਨੇ। ਉਹ ਘੱਟੋ ਘੱਟ 62-63 ਵਿਦਿਆ ਦੇ ਗਿਆਤਾ ਸੀ ਬਾਬਾ ਬੁੱਢਾ ਜੀ। ਤੋਂ ਦੇਖੋ ਵੀ ਕਿੰਨੀ ਕੁ ਉਹਨਾਂ ਨੂੰ ਨੌਲੇਜ ਸੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਚਪਨ ਤੋਂ ਅਨਾਥ ਕਿੱਥੇ ਗਏ? ਕਿਤੇ ਸਕੂਲ ਵਿੱਚ ਗਏ। 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਜਦੋਂ ਲਾਹੌਰ ਦੇ ਵਿੱਚ ਸੱਦਿਆ ਉਹਨਾਂ ਨੂੰ, ਗੁਰੂ ਰਾਮਦਾਸ ਜੀ ਨੂੰ ਭੇਜਿਆ ਸੀ ਗੁਰੂ ਅਮਰਦਾਸ ਜੀ ਨੇ, ਬੜੇ ਬੜੇ ਪੰਡਤਾਂ ਨੂੰ ਨਿਰੁੱਤਰ ਕਰ ਦਿੱਤਾ ਸੀ। ਗੁਰਤਾ ਗੱਦੀ 'ਤੇ ਨਹੀਂ ਸੀ ਅਜੇ ਬੈਠੇ ਗੁਰੂ ਰਾਮਦਾਸ ਜੀ ਮਹਾਰਾਜ। ਸੋ ਇਹ ਸੁਜਾਨ, ਉਹ ਪੁਰਖ ਸਭ ਤੋਂ ਸਿਆਣਾ ਮੰਨਿਆ ਜਾਂਦਾ, ਜਿਸ ਨੂੰ ਸਤਿਗੁਰੂ ਜੀ ਗੁਰਬਾਣੀ ਦੀ ਸੋਝੀ ਦਿੰਦੇ ਨੇ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਕਹਿੰਦੇ ਜਿਨ੍ਹਾਂ ਨੇ ਮਾਨਸ ਸਰੀਰ ਧਾਰਨ ਕਰਕੇ ਮਨੁੱਖਾ ਦੇਹੀ ਪ੍ਰਾਪਤ ਕਰਕੇ, ਸੋ ਪ੍ਰਭ ਆਪਣਾ ਭੱਬੇ ਦੇ ਥੱਲੇ ਔਂਕੜਿਆ ਨਾ, ਇਹਦੇ ਪ੍ਰਭ ਤੋਂ ਭਾਵੇਂ ਰੱਬ ਅਕਾਲ ਪੁਰਖ ਦਾ ਵਾਚਕ ਹੈ। ਵੀ ਜਿਸ ਨੂੰ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਮਿਲ ਗਿਆ, ਕਹਿੰਦੇ ਉਹਦੇ ਤੋਂ ਕੁਰਬਾਨ। ਜੇ ਭੱਬੇ ਥੱਲੇ ਔਂਕੜ ਨਾ ਹੁੰਦਾ, ਉਹਦਾ ਅਰਥ ਹੁੰਦਾ ਹੁਕਮ, ਉਹਦਾ ਅਰਥ ਹੁੰਦਾ ਮੂਲ। ਸੋ ਇਹ ਔਂਕੜ ਕਰਕੇ ਅਕਾਲ ਪੁਰਖ ਦਾ ਵਾਚਕ ਹੋ ਗਿਆ। ਮਾਗ ਸੁੱਚੇ ਸੇ ਕਾਂਢੀਐ,
ਜਿਨ ਪੂਰਾ ਗੁਰ ਮਿਹਰਬਾਨ। ਕਹਿੰਦੇ ਤੀਰਥਾਂ ਤੇ ਨਹਾਉਣ ਦੇ ਨਾਲ ਕੋਈ ਸੁੱਚਾ ਨਹੀਂ ਹੁੰਦਾ ਹੈ, ਜਿਸ ਉੱਤੇ ਪੂਰਾ ਗੁਰੂ ਮਿਹਰਬਾਨ ਹੁੰਦਾ ਹੈ ਕਹਿੰਦੇ ਉਹ ਹੀ ਸੱਚਾ ਸੁੱਚਾ ਮੰਨਿਆ ਜਾਂਦਾ ਹੈ। ਸੋ ਇਸ ਕਰਕੇ ਪੂਰੇ ਗੁਰੂ ਦੀ ਜਿਹੜੀ ਮਿਹਰ ਲੈਣੀ ਹੈ ਨਾ, ਸੋ ਇਹ ਬੜੀ ਜ਼ਰੂਰੀ ਹੈ। ਪੂਰੇ ਗੁਰੂ ਦੀ ਮਿਹਰ ਉਹਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਪੂਰੇ ਗੁਰੂ ਕਾ ਸੁਨੋ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ, ਉਹਨੂੰ ਪੂਰੇ ਗੁਰੂ ਦੀ ਮਿਹਰ ਪ੍ਰਾਪਤ ਹੁੰਦੀ ਹੈ। ਜਿਹੜੇ ਪੂਰੇ ਗੁਰੂ ਦੇ ਹੁਕਮ ਦੇ ਵਿੱਚ ਆ ਜਾਂਦਾ ਉਸ ਨੂੰ ਪੂਰੇ ਗੁਰੂ ਦੀ ਮਿਹਰ ਪ੍ਰਾਪਤ ਹੁੰਦੀ ਹੈ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਸੁਮਹੀਨੇ ਦਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਜੀ ਮਿਹਰ ਕਿਰਪਾ ਕਰਨ ਅਤੇ ਆਪਾਂ ਹੁਣ ਆਨੰਦ ਸਾਹਿਬ ਦਾ ਪਾਠ ਕਰੀਏ ਕਿਉਂਕਿ ਸਮਾਂ ਹੋ ਚੁੱਕਾ। ਗੁਰੂ ਕਿਰਪਾ ਕਰੇ, ਭੁੱਲਾਂ ਦੀ ਖਿਮਾ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਠੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰ ਧਾਰਿਆ। ਪੰਜ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਭੈ ਅਰਦਾਸ ਜੀਓ।
ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਸੋ ਕਹ ਕਲ ਗੁਰ ਸੇਵੀਆ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਆ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਆ। ਸਤਿਨਾਮ ਵਾਹਿਗੁਰੂ ਜੀ, ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ। ਅਨੇਕ ਜਤਨ ਕਰ ਹਿਰਦੈ ਰਾਖਿਆ, ਰਤਨ ਨ ਛਪੈ ਛਪਾਇਆ। ਹਰ ਗੁਣ ਕਹਤੇ ਕਹਿਨ ਨ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਰਹਾਉ ਰਸਨਾ ਰਮਤ ਸੁਨਤ ਸੁਖ ਸ੍ਰਵਨਾ,
चित चेते सुख होई। कहो भीखन दोए नैन संतोखे, जह देखां तह सोई। रसना रमत सुनत सुख श्रवना, चित चेते सुख होई। कहो भीखन दोए नैन संतोखे, जह देखां तह सोई। वाहिगुरु जी का खालसा, वाहिगुरु जी की फतेह। सतनाम वाहिगुरु जीओ। माग मज्जन संग साधुआं, तूड़ी कर इशनान। हर का नाम ध्याए सुन, सबना नू कर दान। माग मज्जन संग साधुआं, तूड़ी कर इशनान। हर का नाम ध्याए सुन, सबना नू कर दान। जन्म कर्म मल उतरै, मन ते जाए गुमान। काम क्रोध ना मोहिया, बिनसै लोभ सुआन। सच्चा मार्ग चलदियां, उस्तत करे जहान। 68 तीरथ सगल पुन, चीदया परवान। जिसनु देवै दया कर, सोई पुरख सुजान। जिना वेलिया प्रभ अपना, नानक तिन कुर्बान। माग सुचे से कांडिया, जिन पूरा गुर मेहरवान। माग सुचे से कांडिया, जिन पूरा गुर मेहरबान। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। आप जी सतगुरां दे चरनां 'च अरदासां विच जुड़ के जो माघ महीने दे 12 माह आए ने, आप जी ने हुक्मनामा साहब सरवण कीते ने, उपरंत 12 माह सरवण किया है, सतगुरु दियां खुशियां प्राप्त कीतियां ने। भड़भागी हो आप जन जिन्होंने सतगुरां दे पवित्र पावन चरनां दी हाजरियां भरियां ने। एक बेनती है, जो कल दे लंगर सी किसी परिवार वालों उन्होंने कैंसल करवा लए ने। सो कोई संगत दे विचों या कोई यूट्यूब के उत्ते देखदा होवे, किसी ने कल दे लंगर शामां दे लैणे होण तां जी आयां नूं वो आके दफ्तर दे विच कॉन्टैक्ट कर सकते हैं। तो जो सतगुरां दी सेवावां ने वो लै सकते हैं जी। वाहिगुरू जी का खालसा, वाहिगुरू जी की फतेह।
साध न जाने निरंतर हो मैं कंडा है ज्यों ज्यों चला जग दुख पावे जिनका सहस्त्र डंडा है हर जन हर नाम समाने हम गरीब मस्कीन करते राख राख बड़ा है जन नाम नाम हर जीव है हर नाम की करो विनंती सुन निर्भीकता संचहर की बेटा यहाँ घाट चलो हर लाहा विष्णु से केता और बड़ा दिन से रहना ये संसार का संक्षेप तेरे ब्रह्म ज्ञानी जिसे दिवाए हुआ है रास्ता दिन जानी जान हुआ है सोए पिता के घर ये जिला है अंतर्यामी